ਕਾਂਛੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਬਹੁਤ ਪਿਆਰ ਦੇ ਨਾਲ ਜੈ ਗੁਰੂਦੇਵ ਤੇ ਗੁੱਡ ਈਵਨਿੰਗ ਜੀ। ਅਸੀਂ ਪ੍ਰੋਗਰਾਮ ਲੈ ਕੇ ਆ ਬੈਠੇ ਹਾਂ ਮਹਿਕ ਪੰਜਾਬ ਦੀ ਦੇ ਵਿੱਚ, ਤੇ ਹੋ ਸਕਦਾ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ, ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਵੋਗੇ ਤੇ ਚਾਹ ਪਾਣੀ ਪੀ ਰਹੇ ਹੋਵੋਗੇ। ਤੇ ਸ਼ਾਮ ਵਧੀਆ ਆ, ਗਰਮੀ ਆ ਤੇ ਮੌਸਮ ਹੈਗਾ ਸੋਹਣਾ, ਤੇ ਹੁਣ ਠੰਡ ਛੇਤੀ ਆ ਜਾਣੀ ਆ ਤੇ ਆਪਣਾ ਖਿਆਲ ਰੱਖਿਓ ਠੰਡ 'ਚ ਵੀ। ਤੇ ਹਜੇ ਮੈਨੂੰ ਲੱਗਦਾ ਵੀਕ ਖੰਡੇ ਆ, ਹੁਣ ਫੇਰ ਬਸ ਠੰਡ ਹੋ ਜਾਣੀ ਜ਼ਿਆਦਾ, ਤੇ ਬੱਚਿਆਂ ਨੂੰ ਵੀ ਹੁਣ ਸਕੂਲੇ ਜਾਣ ਲੱਗ ਪੈਣਾ ਤਾਂ ਤੁਹਾਨੂੰ ਕੰਮ ਵੱਧ ਜਾਣੇ ਆ, ਤੇ ਆਪਣਾ ਖਿਆਲ ਰੱਖਿਓ। ਤੇ ਹੋਰ ਆਪਾਂ ਬੋਲੀਆਂ ਘੋੜੀਆਂ ਸੁਹਾਗ ਲੈ ਕੇ ਆਏ ਆ, ਤੇ ਹੋ ਸਕਦਾ ਤੁਸੀਂ ਵੀ ਭੈਣ ਭਰਾਵਾਂ ਨੇ ਕਿਸੇ ਨੇ ਰੈਡੀ ਕੀਤੀਆਂ ਹੋਣਗੀਆਂ, ਕਿਸੇ ਨੇ ਕਵਿਤਾ ਪੜ੍ਹਨੀ ਹੋਵੇ ਜਾਂ ਕਿਸੇ ਨੇ ਕੋਈ ਉੱਦਾਂ ਗੱਲਬਾਤ ਕਰਨੀ ਹੋਵੇ ਤਾਂ ਤੁਸੀਂ ਲੈ ਕੇ ਆ ਸਕਦੇ ਬੋਲੀਆਂ ਘੋੜੀਆਂ। ਤੇ ਬਾਕੀ ਆਪਾਂ ਪ੍ਰੋਗਰਾਮ ਦੇ ਵਿੱਚ ਜਿੱਦਾਂ ਹੋਰ ਵੀ ਗੱਲਾਂ ਬਾਤਾਂ ਅਸੀਂ ਕਰਦੇ ਰਹਿੰਦੇ ਹਾਂ, ਤਾਂ ਤੁਸੀਂ ਵੀ ਜੇ ਕਿਸੇ ਨੇ ਕੋਈ ਨਵੀਂ ਗੱਲਬਾਤ ਕਰਨੀ ਹੋਵੇ ਜਾਂ ਕੋਈ ਪ੍ਰੋਗਰਾਮ ਨਵਾਂ ਕਰਨਾ ਹੋਵੇ ਜਾਂ ਉਹਦੇ ਬਾਰੇ ਕੋਈ ਸਲਾਹ ਦੇਣੀ ਹੋਵੇ, ਸਾਨੂੰ ਜ਼ਰੂਰ ਦੇ ਸਕਦੇ, ਅਸੀਂ ਸੁਣਨੇ ਲਈ ਤਿਆਰ ਬੈਠੇ ਹਾਂ। ਤੇ ਬਾਕੀ ਅਸੀਂ ਹੁਣ ਤੁਹਾਨੂੰ ਗਾਹਾਂ ਦਾ ਪ੍ਰੋਗਰਾਮ ਦੱਸਦੇ ਜੀ। ਪਹਿਲਾਂ ਬੁਲਾਓ ਤੁਸੀਂ ਜੈ ਗੁਰਦੇਵ। ਹਾਂਜੀ ਦੋਸਤੋ, ਆਪ ਸਭ ਨੂੰ ਪਿਆਰ ਭਰੀ ਜੈ ਗੁਰਦੇਵ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ ਜੀ। ਅੱਜ 22 ਤਰੀਕ ਹੋ ਗਈ ਹੈ, 22 ਅਗਸਤ 2022 ਜੀ, ਤੇ ਸ਼ਾਮ ਦੇ 6 ਵੱਜ ਚੁੱਕੇ, ਦਿਨ ਸੋਮਵਾਰ। ਹਮੇਸ਼ਾ ਇਸ ਤਰ੍ਹਾਂ ਹਰ ਹਫ਼ਤੇ ਤੁਹਾਡੇ ਰੂਬਰੂ ਹੁੰਦੇ ਆ। ਮੈਂ ਬਲਵੀਰ ਸਿੰਘ ਰਾਏ ਤੇ ਮੇਰੇ ਨਾਲ ਰਾਣੀ ਰਾਏ ਸਾਹਿਬਾਂ ਔਰ ਕਾਂਛੀ ਟੀਵੀ ਮਾਧਿਅਮ ਤੋਂ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਤੁਹਾਡੇ ਲਈ ਮਹਿਕ ਪੰਜਾਬ ਦੀ, ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਬਾਤਾਂ ਤਾਂ ਹੁੰਦੀਆਂ, ਪਰ ਮਨੋਰੰਜਨ ਦਾ ਪ੍ਰੋਗਰਾਮ ਜ਼ਰੂਰ ਅਸੀਂ ਰੱਖਦੇ ਹਾਂ ਜੀ। ਜੇ ਕੋਈ ਹੋਰ ਡੂੰਘੀਆਂ ਗੱਲਾਂ ਬਾਤਾਂ ਕਿਤੇ ਕਰਨੀਆਂ ਹੋਣ ਉਹ ਵੀ ਅਸੀਂ ਕਰ ਲੈਂਦੇ ਹਾਂ। ਕੋਈ ਸੀਰੀਅਸ ਪ੍ਰੋਗਰਾਮ ਕਿਸੇ ਵੇਲੇ ਕਰਨਾ ਹੋਵੇ ਉਹਦੇ ਉੱਤੇ ਵੀ ਝਾਤ ਮਾਰਦੇ ਹਾਂ ਜੀ। ਔਰ ਜੇ ਕੋਈ ਹੋਰ ਕੋਈ ਵਿਸ਼ਾ ਹੋਵੇ ਉਹਦੇ ਉੱਤੇ ਵੀ ਗੱਲਬਾਤ ਕਰ ਲੈਂਦੇ ਹਾਂ। ਪਰ ਇੱਦਾਂ ਦਿਲ ਕਰਦਾ ਹੁੰਦਾ ਵੀ ਜੇ ਕੋਈ ਵਿਸ਼ਾ ਹੋਵੇ ਜਾਂ ਕੋਈ ਟੌਪਿਕ ਹੋਵੇ ਤਾਂ ਕੋਈ ਉਹਦਾ ਡੂੰਘਾ ਕੋਈ ਮਤਲਬ ਹੋਵੇ ਤਾਂ ਗੱਲ ਕਰਨ ਦਾ ਕੋਈ ਅਸੀਂ ਰੱਖਦੇ ਹਾਂ ਜੀ। ਤੇ ਉਮੀਦਾਂ ਉਦੋਂ ਹੁੰਦੀਆਂ ਤੁਹਾਡੇ ਤੋਂ ਵੀ ਬਹੁਤ ਸਾਰੇ ਜਿਹੜੇ ਕਾਲਰ ਆ ਉਹ ਉਸੇ ਟੌਪਿਕਾਂ ਦੇ ਉੱਤੇ ਉਸੇ ਵਿਸ਼ੇ ਦੇ ਉੱਤੇ ਜ਼ਿਆਦਾ ਗੱਲਬਾਤ ਕਰਨਗੇ ਤਾਂ ਹੋਰ ਸੋਹਣਾ ਲੱਗਦਾ, ਕਿਉਂਕਿ ਜਿਹੜੀ ਗੱਲ ਆਪਾਂ ਤੋਰੀ ਹੁੰਦੀ ਉਹੀ ਆਪਾਂ ਨੂੰ ਨਿਬੇੜਨੀ ਹੁੰਦੀ ਆ। ਤੇ ਦੇਖਦੇ ਹਾਂ ਅੱਜ ਪ੍ਰੋਗਰਾਮ ਆਪਾਂ ਕਿਸ ਤਰ੍ਹਾਂ ਕਰਦੇ ਹਾਂ, ਔਰ ਗੱਲਾਂ ਬਾਤਾਂ ਹੋਰ ਵੀ ਬਹੁਤ ਸਾਰੀਆਂ ਕਰਨ ਵਾਲੀਆਂ ਜੀ। ਜਿਹੜਾ ਤੁਹਾਡਾ ਘੋੜੀਆਂ ਬੋਲੀਆਂ ਦਾ ਪ੍ਰੋਗਰਾਮ ਹੈਗਾ ਆ, ਤੁਹਾਡਾ ਮਨੋਰੰਜਨ ਦਾ ਪ੍ਰੋਗਰਾਮ ਹੈਗਾ ਆ ਜੀ, ਉਹਦੇ ਵਿੱਚ ਇੱਦਾਂ ਗੱਲਬਾਤ ਹੈਗੀ ਆ ਵੀ ਕਦੇ ਕਦੀ ਸਾਨੂੰ ਥੋੜ੍ਹਾ ਜਿਹਾ ਪ੍ਰੋਗਰਾਮ ਨੂੰ ਮੋੜਨਾ ਵੀ ਪੈ ਜਾਂਦਾ ਜੀ। ਮੋੜਨਾ ਇਸ ਕਰਕੇ ਪੈਂਦਾ ਜਿਹੜੀਆਂ ਸਾਡੇ ਸਮਾਜ ਦੇ ਅੰਦਰ ਬਹੁਤ ਸਾਰੀਆਂ ਕੁਰੀਤੀਆਂ ਚੱਲਦੀਆਂ ਹੁੰਦੀਆਂ ਔਰ ਉਹਨਾਂ ਉੱਤੇ ਗੱਲਬਾਤ ਕਰਨੀ ਜਿਹੜੀ ਆ ਉਹ ਵੀ ਬਹੁਤ ਲਾਜ਼ਮੀ ਹੋ ਜਾਂਦੀ ਆ ਜੀ। ਤਾਂ ਅਸਲ ਵਿੱਚ ਕਾਂਛੀ ਟੀਵੀ ਦਾ ਜਿਹੜਾ ਮਕਸਦ ਹੈਗਾ ਆ, ਠੀਕ ਆ ਥੋੜ੍ਹੇ ਬਹੁਤੇ ਮਨੋਰੰਜਨ ਦੇ ਪ੍ਰੋਗਰਾਮ ਹੋਣੇ ਚਾਹੀਦੇ, ਬਹੁਤ ਜ਼ਿਆਦਾ ਨਹੀਂ ਹੋਣੇ ਚਾਹੀਦੇ, ਪਰ ਇਹਦੇ ਉੱਤੇ ਜਿਹੜੀ ਸਾਡੇ ਸਮਾਜ ਨੂੰ ਸੇਧ ਦੇਣ ਵਾਲੀ ਗੱਲਬਾਤ ਆ ਉਹ ਜ਼ਰੂਰ ਨਿਕਲ ਕੇ ਸਾਹਮਣੇ ਆਉਣੀ ਚਾਹੀਦੀ ਹੈ। ਜੇ ਇੰਨਾ ਪੈਸਾ ਅਸੀਂ ਲਾਉਂਦੇ ਹਾਂ ਟੈਲੀ ਦੇ ਉੱਤੇ ਤਾਂ ਇਹਦੇ ਵਿੱਚੋਂ ਅਸੀਂ ਗੱਲਬਾਤ ਵੀ ਉੱਦਾਂ ਦੀ ਕਰੀਏ ਜਿਹਦੇ ਨਾਲ ਸਾਡੇ ਸਮਾਜ ਨੂੰ ਕੋਈ ਚੰਗੀ ਸਾਫ਼ ਸੁਥਰੀ ਸੇਧ ਮਿਲੇ ਔਰ ਸਾਡੇ ਜਨਰੇਸ਼ਨ ਆਉਣ ਵਾਲੀ ਜਿਹੜੀ ਜਨਰੇਸ਼ਨ ਆ, ਨਵੇਂ ਬੱਚੇ ਆ ਤੇ ਉਹਨਾਂ ਦੇ ਅੰਦਰ ਕੋਈ ਜਵਾਨ ਬੱਚੇ ਆ, ਉਹਨਾਂ ਦੇ ਅੰਦਰ ਵੀ ਅਸੀਂ ਕੋਈ ਇੱਦਾਂ ਦੀ ਕੋਈ ਗੱਲਬਾਤ ਛੱਡ ਕੇ ਜਾਈਏ ਜਿਹੜੀ ਉਹਨਾਂ ਦੇ ਫਿਊਚਰ ਲਈ ਚੰਗੀ ਹੋਵੇ ਜੀ। ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਨ੍ਹਾਂ ਦੇ ਕਾਰਨ ਅਸੀਂ ਸੁਣਦੇ ਵੀ ਹੈਗੇ ਆ, ਆਪ ਵੀ ਪਤਾ ਲੱਗਦਾ ਕਿ ਬਹੁਤ ਸਾਰੇ ਪ੍ਰੋਗਰਾਮ ਅਸੀਂ ਕਰਦੇ ਹਾਂ ਅਤੇ ਉਹਨਾਂ ਵਿੱਚੋਂ ਕੋਈ ਜਿਹੜੇ ਯੰਗ ਜਨਰੇਸ਼ਨ ਜਿਹੜੀ ਹੈਗੀ ਹੈ, ਜਵਾਨ ਜਿਹੜੇ ਹੈਗੇ ਆ ਬੱਚੇ, ਉਹ ਸਾਡੇ ਨਾਲ ਜੁੜ ਨਹੀਂ ਪਾਉਂਦੇ ਹੈਗੇ ਜੀ। ਉਹ ਕਦੀ ਬਹੁਤੀ ਕੋਈ ਕਾਲ ਵੀ ਨਹੀਂ ਕਰਦੇ ਜਾਂ ਉਹਨਾਂ ਨੂੰ ਸਮਝ ਨਹੀਂ ਲੱਗਦੀ, ਜਾਂ ਸਾਡੇ ਵਿੱਚ ਵੀ ਕਮੀਆਂ ਹੋ ਸਕਦੀਆਂ, ਜਾਂ ਅਸੀਂ ਪ੍ਰੋਗਰਾਮ ਹੀ 100 200 ਸਾਲ ਪੁਰਾਣੀਆਂ ਗੱਲਾਂ ਅਸੀਂ ਕਰਦੇ ਹਾਂ ਤਾਂ ਉਹਨਾਂ ਨੂੰ ਉਹਦੇ ਨਾਲ ਕੋਈ ਮਤਲਬ ਵੀ ਨਹੀਂ ਰਹਿ ਜਾਂਦਾ। ਅਤੇ ਆਪਾਂ ਜ਼ਰੂਰ ਸਾਰਿਆਂ ਨੇ ਕੋਸ਼ਿਸ਼ਾਂ ਕਰਨੀਆਂ ਕਿ ਜੇ ਅਸੀਂ ਇੰਨਾ ਪੈਸਾ ਖਰਚੇ ਸਾਰਾ ਕੁਛ ਕਰਦੇ ਹਾਂ ਅਤੇ ਜ਼ਰੂਰ ਅਸੀਂ ਆਪਣੀ ਨਵੀਂ ਜਨਰੇਸ਼ਨ ਦੇ ਲਈ ਕੋਈ ਗੱਲਬਾਤ, ਉਹਨਾਂ ਦੇ ਲਈ ਕੋਈ ਮੈਸੇਜ ਜ਼ਰੂਰ ਛੱਡ ਕੇ ਜਾਈਏ। ਨਹੀਂ ਤਾਂ ਜਿੱਥੇ ਦੇ ਅਸੀਂ ਜਿੱਦਾਂ ਦੇ ਬੈਠੇ ਅਸੀਂ ਪਹਿਲਾਂ ਉੱਦਾਂ ਦੇ ਜਾਂ ਉਦੋਂ ਪਿੱਛੇ ਦੀਆਂ ਅਸੀਂ ਗੱਲਾਂ ਕਰਦੇ ਤਾਂ ਅਸੀਂ ਪਿੱਛੇ ਹੀ ਹੋਰ ਚੱਲ ਜਾਵਾਂਗੇ। ਸੋ ਅੱਜ ਕਿਉਂਕਿ ਭਾਰਤ ਦੇਸ਼ ਆਜ਼ਾਦ ਹੋਏ ਨੂੰ ਹਫ਼ਤਾ ਹੋ ਗਿਆ ਜੀ, 15 ਅਗਸਤ 47 ਨੂੰ ਹੋਇਆ ਸੀ, ਪਰ ਅਸੀਂ 15 ਅਗਸਤ ਪਿਛਲੇ ਹਫ਼ਤੇ ਮਨਾਇਆ ਜੀ। ਸਾਰੀ ਦੁਨੀਆ ਨੇ ਮਨਾਇਆ ਜਿੱਥੇ ਜਿੱਥੇ ਵੀ ਭਾਰਤ ਦੀਆਂ ਬੈਸੀਆਂ ਹੈਗੀਆਂ, ਜਿਹਨਾਂ ਦੇਸ਼ਾਂ ਵਿੱਚ ਵੀ ਹੈਗੀਆਂ। ਔਰ ਉਹ ਜਿਹੜਾ 15 ਅਗਸਤ ਤੋਂ ਇੱਕ ਦੋ ਦਿਨ ਪਹਿਲਾਂ ਜਿਹੜਾ ਇੱਕ ਛੋਟਾ ਬੱਚਾ 9 ਸਾਲ ਦਾ ਸੀਗਾ, ਇੰਦਰ ਮੇਘਵਾਲ ਜੀ, ਉਹਦੀ ਜਿਹਦੀ ਟੀਚਰ ਨੇ ਕੁੱਟ ਕੇ ਉਹਦੀ
ਉਹਨੂੰ ਮੌਤ ਤੱਕ ਪਹੁੰਚਾ ਦਿੱਤਾ। ਔਰ ਉਹਦੇ ਲਈ ਜਿਹੜਾ ਕੱਲ੍ਹ ਐਤਵਾਰ ਸੀ ਤੇ ਬਰਮਿੰਘਮ ਕੌਂਸੂਲੇਟ ਆਫ ਜਨਰਲ ਜਾਣੀ ਭਾਰਤ ਦੀ ਜਿਹੜੀ ਅੰਬੈਸੀ ਆ ਉਹਦੇ ਵਿੱਚ ਪ੍ਰੋਟੈਸਟ ਦੇ ਤੌਰ ਤੇ ਜਾਣੀ ਉਹਨਾਂ ਨੂੰ ਇਹ ਦੱਸਣ ਲਈ ਵੀ ਉੱਥੇ ਆਹ ਗੱਲਬਾਤ ਹੋਈ ਆ, ਜੇ ਤੁਹਾਨੂੰ ਪਤਾ ਨਹੀਂ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਉੱਥੇ ਆਹ ਗੱਲਬਾਤ ਹੋਈ ਤਾਂ ਤੁਸੀਂ ਚੁਕੰਨੇ ਹੋਵੋ, ਕੋਈ ਗੱਲਬਾਤ ਕਰੋ ਇਸ ਗੱਲ ਦੇ ਲਈ। ਜੀ ਜੀ। ਔਰ ਸਾਡੇ ਦਾ ਇੱਥੇ ਸਟਾਫ ਵੀ ਚੰਗਾ ਹੈ ਸਾਡਾ, ਜਿਹੜੇ ਕੌਂਸੂਲੇਟ ਜਨਰਲ ਹੈਗੇ ਅੰਬੈਸੀ ਸਾਡੇ ਐਂਬੈਸਡਰ ਆ ਉਹ ਵੀ ਆਉਂਦੇ ਜਾਂਦੇ ਰਹਿੰਦੇ, ਇੱਥੇ ਟੈਲੀ ਤੇ ਵੀ ਆਉਂਦੇ ਆ। ਉਹਨਾਂ ਤੱਕ ਆਵਾਜ਼ ਪਹੁੰਚਾਉਣ ਦੀ ਸਾਡੇ ਸਾਰੇ ਟੀਵੀ ਮਾਧਿਅਮ ਤੋਂ ਵੀ ਔਰ ਹੋਰ ਵੀ ਸਾਡੇ ਟੀਵੀ ਤੋਂ ਵੀ ਉਦੋਂ ਦੇ ਚੱਲਦਾ ਹੀ ਆ ਪ੍ਰੋਗਰਾਮ ਵੀ ਚੱਲਦੇ, ਪਰ ਸਾਡੀ ਉੱਥੇ ਜਿਹੜੇ ਖਾਸ ਕਰਕੇ ਕੱਲ੍ਹ ਦਾ ਪ੍ਰੋਗਰਾਮ ਸੀ ਉਹਦੇ ਵਿੱਚ ਬਹੁਤ ਸਾਰੇ ਸਾਡੇ ਭੈਣਾਂ ਭਰਾ ਇਕੱਠੇ ਹੋਏ, ਉਹਨਾਂ ਨੂੰ ਅਸੀਂ ਸ਼ਾਬਾਸ਼ ਵੀ ਦਿੰਦੇ ਹਾਂ। ਔਰ ਉਹਨਾਂ ਨੇ ਉੱਥੇ ਜਾ ਕੇ ਉਹ ਦਾ ਨਾਅਰਾ ਮਾਰਿਆ ਔਰ ਉੱਥੇ ਆਪਣੀ ਆਵਾਜ਼ ਪਹੁੰਚਾਉਣ ਦੀ ਉਹਨੇ ਕੋਸ਼ਿਸ਼ ਕੀਤੀ ਹੈਗੀ ਆ। ਤਾਂ ਉਮੀਦ ਹੈਗੀ ਆ ਕਿ ਉਹ ਜਿਹੜੀ ਸਾਡੀ, ਕਿਉਂਕਿ ਇਹਨਾਂ ਦੇ ਜਿਹੜੇ ਐਂਬੈਸਡਰ ਹੁੰਦੇ ਆ ਇਹਨਾਂ ਨੇ ਆਪਣੇ ਲੋਕਾਂ ਦਾ ਸੁਨੇਹਾ ਵਾਪਸ ਪਹੁੰਚਾਉਣਾ ਹੁੰਦਾ, ਆਪਣੇ ਸਰਕਾਰਾਂ ਤੱਕ ਪਹੁੰਚਾਉਣਾ ਹੁੰਦਾ, ਤੇ ਉਹ ਉਮੀਦ ਕਰਦੇ ਆ ਵੀ ਉਹ ਸੁਨੇਹਾ ਪਹੁੰਚੂਗਾ। ਔਰ ਉੱਥੇ ਤਾਂ ਬੜਾ ਕੁਝ ਹੋ ਰਿਹਾ ਹੈਗਾ, ਪਰ ਅਸਲ ਵਿੱਚ ਜਿੰਨਾ ਚਿਰ ਹੋਰ ਰੌਲਾ ਜਿੰਨਾ ਮਰਜ਼ੀ ਪੈਂਦਾ ਰਹੇ, ਅਸੀਂ ਵੀ ਗੱਲਾਂ ਜਿੰਨੀਆਂ ਮਰਜ਼ੀ ਕਰਦੇ ਰਹੀਏ, ਪਰ ਜਿੰਨਾ ਚਿਰ ਇਸ ਗੱਲ ਦੇ ਉੱਤੇ ਲੀਗਲ ਐਕਸ਼ਨ ਨਹੀਂ ਹੁੰਦਾ ਉਨਾ ਚਿਰ ਗੱਲ ਤੁਹਾਡੀ ਅੱਗੇ ਪਹੁੰਚਦੀ ਨਹੀਂ ਹੁੰਦੀ, ਗੱਲ ਕੋਈ ਵੀ ਹੋਵੇ, ਕਿਉਂਕਿ ਉਹ ਤਰੀਕਾ ਹੈ ਉਸ ਤਰੀਕੇ ਨਾਲ ਪਹੁੰਚਣੀ ਆ ਤੇ ਉਹ ਵੈਸੇ ਤਾਂ ਆਪਣੇ ਆਪੇ ਪਹੁੰਚ ਜਾਣੀ ਚਾਹੀਦੀ ਹੁੰਦੀ ਆ। ਹੁਣ ਜਿੱਦਾਂ ਮੀਡੀਆ ਤੇ ਵੀ ਕਾਫੀ ਗੱਲ ਚੱਲਦੀ ਆ, ਉਹਨਾਂ ਨੂੰ ਸਮਝ ਲੱਗਣੀ ਚਾਹੀਦੀ। ਹੁਣ ਦੇਖ ਲਓ ਇੰਟਰਨੈਟ ਤੇ ਸਾਰਾ ਚੱਲਦੀ ਆ ਉਹ ਗੱਲ ਉਦੋਂ ਦੀ। ਜੇ ਇੱਥੇ ਕੋਈ ਗੱਲਬਾਤ ਹੋਵੇ ਤਾਂ ਤੁਹਾਨੂੰ ਇਸ ਗੱਲ ਲਈ ਏਡਾ ਪ੍ਰੋਟੈਸਟ ਨਹੀਂ ਕਰਨਾ ਪੈਂਦਾ, ਤੁਹਾਡੀ ਗੱਲ ਪ੍ਰਸ਼ਾਸਨ ਤੱਕ ਪੁਲਿਸ ਤੱਕ ਪਹੁੰਚੇ, ਪਰ ਇੱਥੇ ਆਪਣੇ ਆਪੇ ਚੱਲ ਜਾਂਦੀ ਆ ਔਰ ਆਪੇ ਹੀ ਉਹ ਐਕਸ਼ਨ ਲੈਂਦੇ ਆ। ਇੱਦਾਂ ਉੱਥੇ ਵੀ ਹੋਣੀ ਚਾਹੀਦੀ, ਪਰ ਨਹੀਂ ਲਿਆ ਤਾਂ ਫਿਰ ਇੰਨਾ ਰੌਲਾ ਪਾਉਣਾ ਪੈਂਦਾ ਹੈ। ਜੀ ਜੀ। ਹੁਣ ਅਸੀਂ ਜਾਂਦੇ ਕੋਲ ਵੱਲ। ਹੈਲੋ ਜੀ। ਹੈਲੋ ਜੀ, ਤੁਹਾਨੂੰ ਦੋਨਾਂ ਨੂੰ ਮਦਨ ਬੇਜ ਦੀ ਤਰਫ ਤੇ ਸਤਿ ਸ੍ਰੀ ਅਕਾਲ। ਹੈਲੋ, ਨਮਸਤੇ ਜੀ। ਹਾਂਜੀ ਮਦਨ ਬੇਜ ਸਾਹਿਬ। ਹਾਂਜੀ ਸਵਾਗਤ ਹੈ ਵੀਰ ਜੀ, ਕੀ ਕਹਿਣਾ ਚਾਹੁੰਦੇ? ਕਹਿਣਾ ਤਾਂ ਮੈਂ ਬਹੁਤ ਕੁਝ ਚਾਹੁੰਦਾ ਤਾਂ ਪਰ ਹੁਣ ਨਹੀਂ। ਕਹਿ ਦਿਓ ਜੀ, ਕਹਿ ਦਿਓ। ਆਵਾਜ਼ ਤੁਹਾਡੀ ਜਿੱਦਾਂ ਕੋਲ ਨੂੰ ਮੂੰਹ ਕਰਕੇ ਜਿੱਦਾਂ ਜਰੀ ਕੇ ਗੱਲ ਕਰੋ ਤੇ ਫੇਰ ਆਵਾਜ਼ ਚੰਗੀ ਤਰ੍ਹਾਂ। ਹਾਂਜੀ ਹੁਣ ਆਉਂਦੀ ਆ? ਹਾਂਜੀ ਹੁਣ ਆਉਂਦੀ ਆ। ਕੀ ਗੱਲ ਮਦਨ ਬੇਜ ਸਾਹਿਬ, ਬਟਨ ਮਰੋੜ ਦਿੱਤਾ ਅਸੀਂ? ਕਹਿੰਦਾ ਮੈਨੂੰ ਮਾਣ ਹੈ ਭਾਰਤੀ ਹੋਣ ਦਾ। ਜੀ। ਮੈਨੂੰ ਮਾਣ ਹੈ ਭਾਰਤੀ ਹੋਣ ਦਾ, ਮੇਰਾ ਪੰਜਾਬੀ ਖੂਨ ਹੈ ਬੋਲਦਾ। ਮੇਰਾ ਪੰਜਾਬੀ ਖੂਨ ਹੈ, ਜੱਗ ਵਿੱਚ ਉਸਦੀ ਬੜੀ ਉੱਚੀ ਸ਼ਾਨ ਹੈ, ਜਿਹਦੇ ਅੰਦਰ ਵਸਦੇ ਭਗਵਾਨ ਹੈ। ਹਰ ਆਦਮੀ ਜੈ ਜੈ ਉਸਦੀ ਬੋਲਦਾ। ਮੈਨੂੰ ਮਾਣ ਹੈ ਭਾਰਤੀ ਹੋਣ ਦਾ, ਮੇਰਾ ਪੰਜਾਬੀ ਖੂਨ ਹੈ ਬੋਲਦਾ। ਮੈਂ ਉਸ ਦੇਸ਼ ਦਾ ਵਾਸੀ ਹਾਂ, ਮੈਂ ਉਸ ਦੇਸ਼ ਦਾ ਜਿਸ ਦੇਸ਼ ਗੰਗਾ ਵਹਿੰਦੀ ਹੈ। ਦੇਸ਼ ਦੀ ਆਨ ਸ਼ਾਨ ਲਈ ਹਰ ਬੱਚੇ ਦੀ ਜ਼ੁਬਾਨ ਤੇ ਬਾਤ ਆਤੀ ਹੈ। ਮੈਨੂੰ ਮਾਣ ਹੈ ਭਾਰਤੀ ਹੋਣ ਦਾ, ਮੇਰਾ ਪੰਜਾਬੀ ਖੂਨ ਹੈ ਬੋਲ। ਇਸ ਦੇਸ਼ ਦੇ ਅੰਦਰ ਵਸਦੇ ਨੇ ਅਹਿੰਸਾ ਦੇ ਪੁਜਾਰੀ। ਇਸ ਦੇਸ਼ ਦੇ ਅੰਦਰ ਵਸਦੇ ਨੇ ਹਿੰਸਾ ਦੇ ਪੁਜਾਰੀ, ਭਗਤ ਸਿੰਘ, ਗੌਤਮ ਜੈ, ਗਾਂਧੀ ਜੈਸੀ ਫੁਲਵਾਰੀ। ਇਸ ਦਾ ਪੱਤਾ ਪੱਤਾ ਕੀਮਤੀ ਹੈ, ਹਰ ਆਦਮੀ ਬੋਲਦਾ। ਮੈਨੂੰ ਮਾਣ ਹੈ ਭਾਰਤੀ ਹੋਣ ਦਾ, ਮੇਰਾ ਪੰਜਾਬੀ ਖੂਨ ਹੈ ਬੋਲਦਾ। ਇਸ ਦੇਸ਼ ਦੀਆਂ ਲੋਕੀ ਸਿਫਤਾਂ ਕਰਦੇ ਨੇ, ਇਸ ਦੇਸ਼ ਦੀਆਂ ਲੋਕੀ ਸਿਫਤਾਂ ਕਰਦੇ ਨੇ। ਇਸ ਦੇਸ਼ ਦੇ ਅੰਦਰ ਸਤਲੁਜ ਰਾਵੀ ਚਨਾਬ ਹੈ ਵਗਦੇ ਨੇ। ਇਸ ਦੇਸ਼ ਦੇ ਅੰਦਰ ਸਤਲੁਜ ਰਾਵੀ ਚਨਾਬ ਹੈ ਵਗਦੇ। ਹਰ ਇੱਕ ਦਾ ਦਿਲ ਕਰਦਾ ਤਿਰੰਗਾ ਗਾਣ ਦਾ। ਮੈਨੂੰ ਮਾਣ ਹੈ ਭਾਰਤੀ ਹੋਣ ਦਾ, ਮੇਰਾ ਪੰਜਾਬੀ ਖੂਨ ਹੈ ਬੋਲਦਾ। ਮਦਨ ਵੀ ਇਸ ਦੇਸ਼ ਦੇ ਗੁਣ ਪਿਆ ਗਾਉਂਦਾ ਹੈ ਜੀ। ਮਦਨ ਵੀ ਇਸ ਦੇਸ਼ ਦੇ ਗੁਣ ਪਿਆ ਗਾਉਂਦਾ ਹੈ, ਉਸਦੀ ਮਿੱਟੀ ਦਾ ਤਿਲਕ ਹੈ ਲਗਾਉਂਦਾ ਹੈ। ਹਰ ਆਦਮੀ ਉਸਦੀ ਆਨ ਸ਼ਾਨ ਲਈ ਖੂਨ ਹੈ ਡੋਲਦਾ। ਮੈਨੂੰ ਮਾਣ ਹੈ ਭਾਰਤੀ ਹੋਣ ਦਾ, ਮੇਰਾ ਪੰਜਾਬੀ ਖੂਨ ਹੈ ਬੋਲਦਾ। ਥੈਂਕ ਯੂ ਜੀ ਤੁਹਾਡਾ। ਥੈਂਕ ਯੂ ਜੀ, ਬਹੁਤ ਬਹੁਤ ਸਾਹਿਬ ਵਧੀਆ। ਹਾਂਜੀ ਹਾਂਜੀ, ਇਦਾਂ ਲੱਗਦਾ ਮਦਨ ਬੇਜ ਸਾਹਿਬ ਨੂੰ ਤੇ ਪਿਆਰ ਬਹੁਤ ਹੈ ਤਾਂ ਮਿੱਟੀ ਆਵਾਜ਼ਾਂ ਮਾਰਦੀ ਇਹਨਾਂ ਨੂੰ। ਜੀ ਜੀ। ਕਈ ਵਾਰੀ ਹੁੰਦਾ ਲੱਗਦਾ ਨਾ ਵੀ ਤੇ ਪਿਆਰ ਇੰਨਾ ਹੁੰਦਾ ਵੀ ਤੁਹਾਨੂੰ ਪਿੱਛੇ ਮਿੱਟੀ ਆਵਾਜ਼ਾਂ ਮਾਰਦੀ ਹੁੰਦੀ ਆ। ਜੀ ਅੱਜ ਅਸੀਂ ਨਾ ਬੇਟੇ ਦੇ ਵਿਆਹ ਦੀਆਂ ਘੋੜੀਆਂ ਗਾਉਣੀਆਂ। ਜੇ ਕਿਸੇ ਭੈਣ ਨੂੰ ਘੋੜੀ ਆਉਂਦੀ ਆ ਤਾਂ ਜ਼ਰੂਰ ਲੈ ਕੇ ਆਵੇ, ਤਾਂ ਮੈਂ ਵੀ ਫਿਰ ਗਾਉਂਗੀ ਤਾਂ ਤੁਸੀਂ ਵੀ ਲੈ ਕੇ ਆਓ। ਤਾਂ ਕਿਸੇ ਨੇ ਕਿਹਾ ਹੋਵੇ ਸਾਡੇ ਵਿਆਹ ਆ ਤਾਂ ਅਸੀਂ ਘੋੜੀਆਂ ਜਿੱਦਾਂ ਸੁਣਨੀਆਂ ਚਾਹੁੰਦੇ ਆ, ਸਿੱਖਣੀਆਂ ਚਾਹੁੰਦੇ ਆ, ਤੇ ਤੁਸੀਂ ਵੀ ਜਾ ਕੇ ਆ ਕੇ ਜੇ ਵੀ ਕਿਸੇ ਵੀ ਭੈਣ ਨੂੰ ਆਉਂਦੀਆਂ ਘੋੜੀਆਂ ਤਾਂ ਬੇਟੇ ਦੇ ਵਿਆਹ ਦੀਆਂ ਜ਼ਰੂਰ ਲੈ ਕੇ ਆਉਣ। ਹਾਂਜੀ ਅਸੀਂ ਪਹਿਲਾਂ ਕੋਲ ਵੱਲ ਚੱਲਦੇ ਹਾਂ। ਹੈਲੋ ਜੀ। ਹੈਲੋ। ਹੈਲੋ ਜੀ। ਹੈਲੋ। ਹੈਲੋ ਜੀ, ਕੌਣ ਤਾਂ ਕਿੱਥੋਂ ਬੋਲ ਰਿਹਾ ਜੀ? ਦੇਵ ਦੀ ਜੈ। ਤੁਹਾਨੂੰ ਬਹੁਤ ਬਹੁਤ ਪਿਆਰ ਭੈਣਾਂ ਭਰਾਵਾਂ ਨੂੰ। ਨਿਰਮਲ ਬੋਲ ਰਹੀ। ਹਾਂਜੀ ਸਵਾਗਤ ਹੈ ਨਿਰਮਲ ਜੀ, ਕਿੱਦਾਂ ਠੀਕ ਠਾਕ ਹੋ ਤੁਸੀਂ? ਠੀਕ ਠਾਕ ਜੀ। ਤੁਹਾਡਾ ਚਿਹਰਾ ਦੇਖ ਕੇ
ਤਾਂ ਬਹੁਤ ਖੁਸ਼ ਹੋ ਜਾਈਦਾ ਅਸੀਂ। ਠੀਕ ਹੈ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਅਸੀਂ ਵੀ ਤੁਹਾਡੀਆਂ ਆਵਾਜ਼ਾਂ ਸੁਣ ਕੇ ਖੁਸ਼ ਹੋ ਜਾਈਦਾ ਆ। ਥੈਂਕ ਯੂ ਜੀ, ਥੈਂਕ ਯੂ ਜੀ। ਤੇ ਮੈਂ ਤੁਹਾਨੂੰ ਅੱਜ ਸੁਣਾਵਾਂ ਕਿ ਅੱਜ ਕੱਲ ਆਪਣਾ ਜਿਹੜੇ ਬਜ਼ੁਰਗਾਂ ਜਾਂ ਜਿਹੜੇ ਨਵੇਂ ਵਿਆਹੇ ਆ, ਅੱਜ ਕੋਈ ਰਿਸਪੈਕਟ ਜਿਹੜੀ ਆ ਨਾ ਜੀ ਬਹੁਤ ਘਟ ਗਈ ਆ। ਆਪਣੇ ਬਜ਼ੁਰਗ ਵੀ ਇੱਕ ਦੂਜੇ ਨਾਲ ਲੜਦੇ ਰਹਿੰਦੇ ਆ। ਠੀਕ ਹੈ ਜੀ। ਤੇ ਨਵੀਂ ਗੱਲ ਪਾਸੇ ਵੀ ਬਸ ਲੱਗਦਾ ਗੱਲਬਾਤ ਠੀਕ ਹੈ ਜੀ। ਲੱਗਦਾ ਨਵੀਂ ਗੱਲ ਕਰੋਗੇ ਅੱਜ ਕੋਈ? ਹਾਂਜੀ, ਨਵੀਂ ਗੱਲ ਕਰਨੀ ਆ ਜੀ। ਲੈ ਆਓ ਜੀ। ਹਾਂਜੀ, ਮੈਂ ਕਹਿ ਰਹੀ ਆ ਕਿ 2 ਘੜੀਆਂ ਜਿਹੜੀਆਂ ਸਾਹ ਲੈਣਾ ਆ ਨਾ ਜੀ, ਉਹ ਬਹੁਤ ਕੀਮਤੀ ਆ। ਜੀ ਜੀ। ਤੇ ਮੈਂ ਉਹਦੇ ਉੱਤੇ ਲਿਖਿਆ ਜੀ ਕਿ ਆ 2 ਘੜੀਆਂ ਬੈ ਕੋਈ ਮਿੱਠੀਆਂ ਸਲਾਹਾਂ ਕਰ ਲਈਏ ਜੀ। ਚਲਦੀਆਂ ਸਾਹਾਂ ਵਿੱਚੋਂ ਖੁਸ਼ੀਆਂ ਦਾ ਲਾਹਾ ਭਰ ਲਈਏ ਜੀ। ਚਲਦੀਆਂ ਸਾਹਾਂ ਵਿੱਚੋਂ ਖੁਸ਼ੀਆਂ ਦਾ ਲਾਹਾ ਭਰ ਲਈਏ। ਹਰ ਕੀਮਤੀ ਸਾਹ ਦੀ ਕੀਮਤ ਪੜ ਲਈਏ। ਕੋਈ ਗੱਲਾਂ ਕਰ ਲਈਏ, ਕੋਈ ਦਿਲ ਖੋਲ ਲਈਏ, ਦੁੱਖ ਸੁੱਖ ਫੋਲ ਲਈਏ ਜੀ। ਇੱਕ ਦੂਜੇ ਦਾ ਭਰੋਸਾ ਕਰ ਲਈਏ, ਕੋਈ ਦਿਲਾਸਾ ਦੇ ਦਈਏ, ਇੱਕ ਦੂਜੇ ਤੇ ਦਿਲ ਦਾ ਖੁਲਾਸਾ ਕਰ ਲਈਏ। ਬੱਲੇ। ਹਾਂਜੀ, ਕੋਈ ਅਫਵਾਹਾਂ ਪੜ ਲਈਏ ਜੀ। ਕੋਈ ਕੰਨੀ ਸੁਣ ਲਈਏ। ਕਿਤੇ ਰਿਸ਼ਤੇ ਵਿੱਚ ਪਈਆਂ ਗੁੰਝਲਾਂ ਨੂੰ ਠੰਡੇ ਦਿਲ ਨਾਲ ਬਹਿ ਕੇ ਹੱਲ ਕਰ ਲਈਏ। ਜੀ ਜੀ। ਕੋਈ ਕਹਾਣੀ ਘੜ ਲਈਏ, ਕੋਈ ਜਵਾਨੀ ਕਹਿ ਲਈਏ, ਕੁਝ ਅੱਖੀ ਵੇਖ ਲਈਏ, ਕੁਝ ਤੱਕਣੀ ਚ ਭਰ ਲਈਏ। ਕਿਤੇ ਕੋੜਾ ਘੁੱਟ ਵੀ ਭਰ ਲਈਏ ਤਾਂ ਕਦੀ ਮਿੱਠਾ ਟੁੱਕ ਲਈਏ, ਕਦੀ ਸਹਿ ਲਈਏ, ਕਦੀ ਜਰ ਲਈਏ, ਕਦੀ ਗੁੱਸੇ ਨੂੰ ਕਾਬੂ ਕਰ ਲਈਏ ਜੀ। ਕਦੀ ਕੋਈ ਸਾਜ਼ ਸੁਣ ਲਈਏ, ਕੋਈ ਰਾਗ ਅਲਾਪ ਲਈਏ। ਕਿਤੇ ਮਿੱਠੀ ਜੰਗ ਕਰ ਲਈਏ, ਕਿਤੇ ਮੰਗ ਕਰ ਲਈਏ ਜੀ ਜੀ। ਕਿਤੇ ਕੌੜੀਆਂ ਗੱਲਾਂ ਨੂੰ ਬਹਿ ਕੇ ਖੰਡ ਕਰ ਲਈਏ। ਬਿਲਕੁਲ। ਹਾਂਜੀ, ਕਦੀ ਹੱਸ ਖੇਲ ਲਈਏ, ਕਦੀ ਹੰਝੂ ਪੂੰਝ ਲਈਏ ਜੀ। ਜਾਂ ਕਿਤੇ ਪਿਆਰ ਨਾਲ ਜਿੱਤਣ ਦਾ ਕੋਈ ਢੰਗ ਲੱਭ ਲਈਏ। ਜ਼ਿੰਦਗੀ ਤੇ ਤਸਵੀਰ ਵਿੱਚ ਸੋਹਣੇ ਸੋਹਣੇ ਰੰਗ ਭਰ ਲਈਏ ਜੀ। ਕੋਈ ਕੁਝ ਕਰਨ ਦੀ ਉਮੰਗ ਭਰ ਲਈਏ, ਕੋਈ ਤਰੰਗ ਭਰ ਲਈਏ ਜੀ। ਕੋਈ ਮਿਹਣਾ ਮਿੱਠਾ ਮਿਹਣਾ ਮਾਰ ਲਈਏ, ਕਦੀ ਕੋਈ ਤਾਨਾ ਸੁਣ ਲਈਏ। ਦਿਲ ਦੇ ਖੁਮਾਰਾਂ ਦਾ ਖਜ਼ਾਨਾ ਖੋਲ ਲਈਏ, ਕਦੀ ਰੁੱਸ ਜਾਣ ਦਾ ਵੀ ਬਹਾਨਾ ਟੋਲ ਲਈਏ ਬਿਲਕੁਲ ਜੀ। ਕਦੀ ਪਿਆਰ ਨਾਲ ਮਨਾਉਣ ਦਾ ਅਫਸਾਨਾ ਲੱਭ ਲਈਏ ਜੀ। ਕਦੇ ਜ਼ਿੰਦਗੀ 'ਚ ਪੈਣ ਵਾਲੀ ਧੁੱਪ ਸਹਿ ਲਈਏ, ਕਦੇ ਪਿਆਰ ਵਾਲੀ ਛਤਰੀ ਨਾ ਛਾਂ ਕਰ ਲਈਏ। ਹਰ ਵੇਲੇ ਤੇਰੀਆਂ ਦਾਤਾਂ ਜੀ, ਤੇਰੀਆਂ ਦਿੱਤੀਆਂ ਦਾਤਾਂ ਸਾਹਾਂ ਨੂੰ ਦਾਤਾ ਖੁਸ਼ੀ ਖੁਸ਼ੀ ਲੈ ਲਈਏ। ਸਦਾ ਤੇਰੇ ਨਾਲ ਰਹੀਏ, ਹਰ ਸਾਹ ਦੀ ਦਿੱਤੀ ਦਾਤ ਨੂੰ ਤੇਰੇ ਸ਼ੁਕਰ ਨਾਲ ਲਈਏ। ਇਹ ਜ਼ਿੰਦਗੀ ਇੱਕ ਕ੍ਰਿਸ਼ਮਾ ਹੈ, ਹਰ ਸਾਹ ਦੀ ਮਹਿਕ ਮਹਿਕ ਭਰ ਲਈਏ। ਕਰੇ ਦੁਆ ਨਿਰਮਲ ਜਿੰਨਾ ਚਿਰ ਵੀ ਸਾਹ ਲਈਏ। ਸਦਾ ਬਾਬਾ ਜੀ ਤੇਰੀ ਛਾਂ ਥੱਲੇ ਰਹੀਏ ਜੀ। ਸਦਾ ਬਾਬਾ ਜੀ ਤੇਰੀ ਛਾਂ ਥੱਲੇ ਰਹੀਏ ਜੀ। ਬਹੁਤ ਵਧੀਆ ਜੀ। ਅੱਜ ਦੀ ਕਵਿਤਾ ਸੀ ਕਿ ਤੁਹਾਡਾ ਪਿਆਰ ਮਿੱਠਾ ਮਿੱਠਾ ਦੇਖ ਕੇ ਜੀ ਤੇ ਇਹ ਕਵਿਤਾ ਮੈਂ ਆਪਣੇ ਬਜ਼ੁਰਗਾਂ ਲਈ ਤੇ ਆਪਣੀਆਂ ਭੈਣਾਂ ਲਈ ਲਿਖੀ ਆ ਜੀ। ਬਹੁਤ ਵਧੀਆ ਸੀ ਜੀ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਸੁਣਨ ਦਾ। ਨਿਰਮਲ ਜੀ, ਸ਼ਬਦ ਵੀ ਬੜੇ ਸੋਹਣੇ ਫਿੱਟ ਕੀਤੇ ਤੁਸੀਂ ਜੀ। ਹਾਂ, ਬਹੁਤ ਸੋਹਣੇ ਸ਼ਬਦ ਸੀ ਸਾਰੇ, ਜਿੱਦਾਂ ਇੱਕ ਦੂਜੇ ਨਾਲ ਮੈਚ ਕਰਨ ਵਾਲੇ ਸੀ ਸਾਰੇ ਜੀ ਜੀ। ਇਹੀ ਗੱਲ ਹੁੰਦੀ ਹੈ ਜਦੋਂ ਕੋਈ ਲਿਖਦੇ ਤੁਸੀਂ ਤਾਂ ਵਿੱਚੋਂ। ਹਾਂਜੀ, ਜਿਹੜੀਆਂ ਲਾਈਨਾਂ ਹੁਣ ਉਹ ਜਿੱਦਾਂ ਮੇਲ ਖਾਂਦੀਆਂ ਹੁਣ ਗੱਲਾਂ ਬਾਤਾਂ ਵਿੱਚ ਸਾਰੀਆਂ, ਫਿਰ ਸੋਹਣਾ ਲੱਗਦਾ ਹੈ ਨਾ, ਬੋਲਣ ਨੂੰ ਵੀ ਫਿਰ ਸੌਖਾ ਹੋ ਜਾਂਦਾ ਹੈ। ਹਾਂਜੀ, ਹੁਣ ਜਾਂਦੇ ਪਕੋਲ ਵੱਲ। ਹੈਲੋ ਜੀ। ਹੈਲੋ ਜੀ, ਨਮਸਤੇ ਜੀ। ਨਮਸਤੇ ਜੀ। ਕੌਣ ਤਾਂ ਕਿੱਥੋਂ ਬੋਲ ਰਹੇ ਜੀ? ਊਸ਼ਾ ਬੋਲ ਰਹੀ ਹਾਂ। ਹਾਂਜੀ ਊਸ਼ਾ ਜੀ, ਸਵਾਗਤ ਹੈ ਤੁਹਾਡਾ। ਠੀਕ ਠਾਕ ਹੋ ਤੁਸੀਂ? ਹਾਂਜੀ ਬਿਲਕੁਲ ਠੀਕ, ਤੁਸੀਂ ਸੁਣਾਓ ਆਪਣਾ? ਅਸੀਂ ਵੀ ਠੀਕ ਹੈ ਜੀ। ਕੀ ਲੈ ਕੇ ਆਏ? ਅੱਛਾ, ਮੈਂ ਤੇ ਗੱਲ ਕਰਨੀ ਚਾਹਾਂਗੀ ਜਿਹੜਾ ਭਾਜੀ ਹੁਣਾਂ ਨੇ ਕਿਹਾ ਸੀਗਾ ਜੀ ਬੱਚੇ ਦੇ ਬਾਰੇ ਨਾ। ਹਾਂਜੀ ਵੀ ਜਿਹੜਾ ਜਿਹਨੂੰ ਮਾਰਿਆ ਹਾਂਜੀ ਬੇਟੇ ਨੂੰ। ਜੀ ਜੀ।
ਉਹਦੇ ਬਾਰੇ ਗੱਲ ਕਰਨਾ ਚਾਹਾਂਗੇ ਕਿਉਂਕਿ ਆਪਾਂ ਸਾਰੇ ਮਤਲਬ ਕਹਿੰਦੇ ਆ ਕਿ ਵੀ ਗੌਰਮੈਂਟ ਨਹੀਂ ਸੁਣਦੀ ਹਨਾ, ਆਪਾਂ ਹਮੇਸ਼ਾ ਹੀ ਕਹਿੰਦੇ ਆ ਜੀ। ਲੇਕਿਨ ਕਿਉਂਕਿ ਜਦ ਤੱਕ ਜੜ ਨੂੰ ਪਕੜਿਆ ਨਾ ਜਾਵੇ, ਆਪਣੀ ਆਪ ਕੋਸ਼ਿਸ਼ ਨਾ ਕੀਤੀ ਜਾਵੇ, ਹਾਰਡਲੀ ਉਨੀ ਦੇਰ ਇਹ ਸੁਧਾਰ ਨਹੀਂ ਆਉਣਾ। ਜੇ ਤੁਸੀਂ ਕਹੋ ਕਿ ਬਈ ਗੌਰਮੈਂਟ ਕਰ ਦੇਵੇ ਜਾਂ ਦੂਸਰੇ ਕਰ ਦੇਣ, ਉਹ ਕਿਸੇ ਨੇ ਨਹੀਂ ਕਰਨਾ, ਕਿਉਂਕਿ ਹਰ ਕੋਈ ਇਨਸਾਨ ਇਹ ਚਾਹੁੰਦਾ ਆ ਕਿ ਅਸੀਂ ਦੂਸਰਿਆਂ ਨੂੰ ਸਲੇਬ ਬਣਾ ਕੇ ਰੱਖੀਏ, ਠੀਕ ਹੈ। ਥੋੜੇ ਪੈਸੇ ਤੇ ਕੰਮ ਕਰਾਈ ਜਾਈਏ, ਉਹਨਾਂ ਦੇ ਉੱਪਰ ਆਪਣਾ ਦਬਕਾ ਰੱਖੀਏ, ਸੱਚਾਈ ਇਹ ਹੈ ਨਾ। ਹੁਣ ਕਿਸੇ ਵੀ ਟੀਵੀ ਚੈਨਲ ਦੇ ਉੱਤੇ ਪ੍ਰੋਗਰਾਮ ਨਹੀਂ ਲੱਗਿਆ, ਕਿਸੇ ਵੀ ਰੇਡੀਓ ਦੇ ਉੱਤੇ ਨਹੀਂ ਲੱਗਿਆ ਜੀ। ਉਹ ਕਿਉਂ ਨਹੀਂ ਲੱਗਿਆ? ਇੱਕ ਪਾਸੇ ਤੇ ਕਹਿੰਦੇ ਨੇ ਜਾਤਾ ਪਾਤਾ ਹੈ ਨਹੀਂ, ਜਦੋਂ ਰਿਸ਼ਤਿਆਂ ਦੀਆਂ ਗੱਲਾਂ ਕਰਦੇ ਨੇ ਟੀਵੀਆਂ ਤੇ ਬੈਠ ਕੇ, ਉਦੋਂ ਕਹਿੰਦੇ ਜੀ ਇਹ ਹੈ ਰਾਮਗੜੀਆ ਹੋਣਾ ਚਾਹੀਦਾ ਆ, ਇਹ ਜੱਟ ਦਾ ਹੋਣਾ ਚਾਹੀਦਾ, ਲੜਕੀ ਜਾਂ ਲੜਕਾ, ਮਤਲਬ ਸਾਰਾ ਇਸ ਤਰੀਕੇ ਨਾਲ ਬੋਲਿਆ ਜਾਂਦਾ ਜੀ। ਅੱਛਾ ਚਲੋ ਐਨੀਵੇ, ਜੇ ਇਹਦਾ ਹੁਣ ਹੱਲ ਜਿਹੜੀ ਹੈ, ਮੈਂ ਹੱਲ ਤੇ ਗੱਲ ਲੱਗੀ ਲਿਆਉਣ, ਹੋ ਸਕਦਾ ਮੈਂ ਪੂਰਾ ਠੀਕ ਵੀ ਨਾ ਹੋਵਾਂ, ਪਰ ਜੋ ਮੇਰੀ ਸੋਚ ਆ ਮੈਂ ਉਹ ਕਹਿਣ ਲੱਗੀ ਆ ਨਾ। ਮੈਂ ਵਿਚਾਰ ਕਰਦੀ ਆ ਕਿ ਜਦੋਂ ਗੌਰਮੈਂਟ ਨਾ ਸੁਣੇ, ਕੋਈ ਹੋਰ ਨਾ ਸੁਣੇ, ਘਰ 'ਚ ਹੀ ਲਾ ਲਓ, ਆਪਣੀ ਫੈਮਿਲੀ 'ਚ ਹੀ ਲਾ ਲਓ, ਇੱਕ ਬੰਦਾ ਇੰਨਾ ਖਰਾਬ ਆ, ਪੂਰੇ ਪਰਿਵਾਰ ਨੂੰ ਖਰਾਬ ਕਰ ਰਿਹਾ ਜੀ। ਤੇ ਅਗਰ ਤੁਸੀਂ ਫਿਰ ਉਹ ਕਰੀ ਜਾਓ ਜੀ ਨਹੀਂ ਜੀ ਇਹ ਵੱਡਾ ਵੇ, ਸਾਡਾ ਹਸਬੈਂਡ ਆ, ਇਹ ਕੋਈ ਗੱਲ ਨਹੀਂ, ਸਾਡੀ ਜੁੱਤੀਆਂ ਵੀ ਮਾਰਦਾ, ਗਾਲੀਆਂ ਮਾਰਦਾ, ਸ਼ਰਾਬ ਪੀਂਦਾ, ਕੋਈ ਗੱਲ ਨਹੀਂ, ਇਹ ਤਾਂ ਬੱਚੇ ਵੀ ਵਿਗੜਦੇ ਨੇ, ਘਰ ਵੀ ਵਿਗੜਦਾ ਜੀ। ਉਹਨੂੰ ਟਾਈਮ ਦਵੋ, ਟਾਈਮ ਦੇ ਕੇ ਅਗਰ ਜੇ 5-7 ਸਾਲਾਂ 'ਚ ਨਹੀਂ ਠੀਕ ਹੋ ਰਿਹਾ, ਕਿਉਂਕਿ ਇਹ ਨਹੀਂ ਕਿ ਇੱਕਦਮ ਹੀ ਬੰਦਾ ਕੋਈ ਠੀਕ ਹੋ ਜਾਂਦਾ, ਜਿਹੜਾ ਖਰਾਬੀ ਕਰ ਰਿਹਾ ਉਹਨੂੰ ਵਕਤ ਦਿਓ। ਅਗਰ ਉਹ ਵਕਤ ਲੈ ਕੇ ਵੀ ਠੀਕ ਨਹੀਂ ਹੋ ਰਿਹਾ ਤਾਂ ਫਿਰ ਚੰਗਾ ਇਹ ਹੁੰਦਾ ਕਿ ਆਪਣਾ ਰਸਤਾ ਖੁਦ ਦੇਖੋ ਕਿ ਕਿਵੇਂ ਅਸੀਂ ਹੁਣ ਸੁਧਾਰਨਾ ਜੀ, ਉਹ ਰਸਤਾ ਬਦਲਣਾ ਪੈਂਦਾ। ਸੇਮ ਚੀਜ਼ ਹੀ ਹੁਣ ਕਮਿਊਨਿਟੀ ਦੇ ਉੱਤੇ ਆ ਗਈ। ਗੌਰਮੈਂਟ ਨੇ 75 ਸਾਲਾਂ 'ਚ ਤਾਂ ਸੁਣਿਆ ਨਹੀਂ ਕਿਸੇ ਨੇ, ਹੈਨਾ, ਤੇ ਹੁਣ ਸੁਣ ਲੈਣਗੇ। ਬਾਕੀ ਜਿਹੜਾ ਦੂਸਰਿਆਂ ਦੀਆਂ ਗੱਲਾਂ ਕਰਦੇ ਆ ਕਿਆ ਉਹ ਸੁਣਦੇ ਨੇ ਅੱਜ ਤੱਕ? ਉਹ ਮਿੱਠਾ ਮਿੱਠਾ ਬੋਲਦੇ ਨੇ ਲੇਕਿਨ ਕੋਈ ਖੜਾ ਨਹੀਂ ਹੁੰਦਾ। ਦੂਸਰੀ ਗੱਲ ਇਹ ਅਸੀਂ ਹਮੇਸ਼ਾ ਕਹਿੰਦੇ ਆ ਕਿ ਮਨੂਵਾਦ ਸੋਚ ਜਿਹੜੀ ਆ ਸਿਰਫ ਬ੍ਰਾਹਮਣ ਕਰਦੇ ਆ, ਹਨਾ। ਮੈਂ ਨਹੀਂ ਇਹ ਸੋਚਦੀ ਕਿ ਬ੍ਰਾਹਮਣ ਕਰਦੇ ਇਕੱਲੇ। ਜਿਹੜਾ ਮਨੂਵਾਦ ਦੀ ਇਹ ਚੀਜ਼ ਸ਼ੁਰੂ ਹੋਈ ਆ, ਕਿਆ ਬਾਕੀ ਦੀਆਂ ਜਾਤਾਂ ਜਿਹੜੀਆਂ ਕਰਦੀਆਂ ਨੇ ਬ੍ਰਾਹਮਣਾਂ ਤੋਂ ਬਗੈਰ, ਜਾਂ ਉਹਨਾਂ ਨੂੰ ਕਿਹਾ ਵੀ ਰੱਸਾ ਪਾ ਕੇ ਬੰਨ ਕੇ ਕਰਵਾਉਂਦੇ ਨੇ? ਉਹ ਫਿਰ ਕਿਉਂ ਕਰਦੇ ਨੇ? ਕਿਉਂਕਿ ਇਹ ਚੀਜ਼ ਜਿਹੜੀ ਹੈ ਨਾ, ਇਹਦਾ ਮੀਨਿੰਗ ਹੈ ਕਿ ਸਾਰੀ ਉਹ ਇੱਕ ਹੀ ਕਮੁੰਡ ਬਣਿਆ ਹੋਇਆ ਜੀ। ਤੋ ਇਸ ਲਈ ਇਹ ਰਸਤਾ ਆਪ ਲੱਭਣਾ ਪਵੇਗਾ ਕਿ ਕਿਵੇਂ ਹੁਣ ਠੀਕ ਕਰਨਾ ਨੇ। ਸਾਰੀਆਂ ਆਸਾਂ ਨੂੰ ਛੱਡ ਦੇਣਾ ਚਾਹੀਦਾ। ਦੂਸਰੀ ਹੈ ਹੁਣ ਇਹਨੂੰ ਠੀਕ ਕਰਨ ਦਾ ਕੀ ਆ। ਪਹਿਲੀ ਤਾਂ ਮੈਂ 1-2 ਜਗ੍ਹਾ ਜਿਹੜੀਆਂ ਮੈਂ ਹੁਣ ਨਾਮ ਨਹੀਂ ਟੀਵੀ ਦੇ ਉੱਤੇ ਲੈਣਾ, ਕਿਉਂਕਿ ਮੈਂ ਖੁਦ ਖੋਜ ਕੀਤੀ ਹੈ ਇੱਥੋਂ ਟੈਲੀਫੋਨ ਕਰਕੇ, ਜਿਨ੍ਹਾਂ ਨੂੰ ਬੜਾ ਵੱਡੇ ਸਮਝਦੇ ਆ ਜੀ, ਇਹ ਸਾਡੇ ਸਾਡੇ ਲੋਕੀ ਬੜਾ ਉਹਨਾਂ ਨੂੰ ਮੰਨਦੇ ਨੇ। ਪਰ ਲੇਕਿਨ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਵੀ ਤੁਸੀਂ ਜਿਹੜਾ ਇਹ ਕਰਦੇ ਹੋ ਚੈਰਿਟੀ ਦਾ ਕੰਮ, ਉਹ ਮੈਨੂੰ ਦੱਸੋ ਕੀ ਕਰਦੇ ਹੋ ਸਕਦਾ ਮੈਂ ਵੀ ਤੁਹਾਨੂੰ ਹੈਲਪ ਕਰਾਂ। ਉਹਨਾਂ ਨੇ ਕਿਹਾ ਜੀ ਹਾਂਜੀ ਅਸੀਂ ਜੀ ਟਿਊਸ਼ਨ ਦਿੰਦੇ 10ਵੀਂ ਤੱਕ ਬੱਚਾ ਪੜ੍ਹਨੇ ਲਈ। ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਇੱਥੇ ਜਿਹੜਾ ਤੁਸੀਂ 10ਵੀਂ ਤੱਕ ਟਿਊਸ਼ਨ ਦਿੰਦੇ ਹੋ ਤੇ ਪੈਸੇ ਸਾਰੇ ਇੱਥੋਂ ਦੇ ਟੀਚਰ ਕੌਣ ਨੇ? ਟੀਚਰ ਜੀ ਦੂਸਰੀਆਂ ਜਾਤਾਂ ਦੇ ਸਾਰੇ ਦੱਸੇ ਮੈਨੂੰ ਗਏ। ਫਿਰ ਕਹਿੰਦੇ ਮੈਂ ਕਿ ਜੇ 10ਵੀਂ ਕਲਾਸ ਕਰਕੇ ਤਾਂ ਬੱਚਾ ਕੁਛ ਨਹੀਂ ਬਣ ਸਕਦਾ, ਉਹ ਤੋਂ ਅੱਗੇ ਕਿਉਂ ਨਹੀਂ ਕਰਾਉਂਦੇ ਪਏ? ਕਹਿੰਦੇ ਜੀ ਨਹੀਂ ਜੀ ਅਸੀਂ ਡਿਗਰੀਆਂ ਤੱਕ ਵੀ ਕਰਾਉਂਦੇ ਆ। ਮੈਂ ਕਿਹਾ ਫਿਰ ਡਿਗਰੀਆਂ ਵਾਲੇ ਕੌਣ ਨੇ? ਹੈਗੇ ਦਲਿਤ ਕਮਿਊਨਿਟੀ ਦੇ, ਉਹ ਵੀ ਦੂਸਰੇ। ਸੋ ਉਸ ਬੰਦੇ ਦੀ ਝਾੜ ਤਾਂ ਮੈਂ ਕੀਤੀ ਹੈ ਚੰਗੀ ਤਰ੍ਹਾਂ ਦੇ ਨਾਲ, ਪਰ ਇਹ ਮੀਨ ਕਿ ਮੈਂ ਮੇਰੇ ਇਕੱਲੀ ਨਾਲ ਤਾਂ ਕੁਛ ਨਹੀਂ ਬਣਨਾ। ਇਹ ਸਾਰੇ ਇਹ ਸੋਚ ਨੂੰ ਲੈ ਕੇ ਚੱਲਣ, ਇਹ ਤਦ ਠੀਕ ਹੋਣਾ ਜਿਹੜਾ ਇੰਡੀਆ ਦੇ ਵਿੱਚ ਪੈਸੇ ਭੇਜ ਕੇ ਉਹ ਆਦਮੀ ਟੀਚਰ ਵੀ, ਤੁਸੀਂ ਜਿਹੜੇ ਦਲਿਤ ਕਮਿਊਨਿਟੀ ਦੇ ਆ ਮੁੰਡੇ ਕੁੜੀਆਂ, ਉਹ ਕਿਉਂ ਨਹੀਂ ਟੀਚਰ ਰੱਖਦੇ ਪਏ? ਜੇ ਨਹੀਂ ਪੜ੍ਹੇ ਹੋਏ ਤਾਂ ਉਹਨਾਂ ਨੂੰ ਪੜ੍ਹਾਵੋ ਫਿਰ ਪਹਿਲਾਂ। ਜਿਨ੍ਹਾਂ ਨੇ ਕੋਈ 10-12 ਕਲਾਸਾਂ ਕੀਤੀਆਂ ਹੋਈਆਂ ਹੈ ਨਾ, ਲੜਕੀ ਨੇ ਜਾਂ ਲੜਕੇ ਨੇ, ਉਹਨਾਂ ਨੂੰ
ਹੋਰ 2 ਸਾਲ ਪੜ੍ਹਾ ਦਿਓ। ਜੇ ਛੋਟੇ ਬੱਚਿਆਂ ਨੂੰ ਪੜ੍ਹਾਉਣ ਲਈ 12 ਪੜ੍ਹਿਆ ਕੋਈ ਕੋਰਸ ਛੋਟਾ ਹੈਗਾ ਆ ਛੋਟੇ ਬੱਚਿਆਂ ਲਈ 5ਵੀਂ ਤੱਕ ਤਾਂ ਉਹਨਾਂ ਨੂੰ ਕੋਰਸ ਕਰਾ ਦਿਓ, ਕਿਉਂਕਿ ਆਪ ਪੜ੍ਹਾਉਣਗੇ। ਜਿਹੜਾ ਇਹ ਬੰਦੇ ਇਸ ਤਰੀਕੇ ਨਾਲ ਮਾਰਪੀਟ ਕਰਦੇ ਨੇ ਤੇ ਉਹ ਪੜ੍ਹਾਉਂਦੇ ਵੀ ਤਾਂ ਉਦਾਂ ਦਾ ਹੀ ਹੋਣਗੇ ਨਾ। ਬਿਲਕੁਲ ਹਾਂਜੀ, ਉਹਨਾਂ ਨੂੰ ਪਿੱਛੇ ਬਿਠਾ ਦਿੰਦੇ, ਉਹਨਾਂ ਨੂੰ ਤਾਂ ਕਹਿੰਦੇ ਹੁਣ ਆਈ ਜਾਵੇ ਲੇਕਿਨ ਇਹਦਾ ਦਿਮਾਗ 'ਚ ਕੁਛ ਨਾ ਪਵੇ, ਮਾਈਂਡ ਸੈਟ ਇਦਾਂ ਦਾ ਜੀ। ਹਾਂਜੀ, ਤੋਂ ਇਸ ਕਰਕੇ ਮੈਂ ਇਹ ਕਹਾਂਗੀ ਕਿ ਜਿਹੜਾ ਅਸੀਂ ਆਟਾ ਦਾਣਾ ਦਿੰਨੇ ਆ ਨਾ ਲਿਜਾ ਕੇ ਢਿੱਡ ਲੱਗਿਆ ਹੋਇਆ, ਸਾਨੂੰ ਐਵਰੀਡੇ ਰੋਟੀ ਚਾਹੀਦੀ ਆ। ਇਸ ਤਰੀਕੇ ਦੇ ਨਾਲ ਇਹ ਕਮਿਊਨਿਟੀ ਨਹੀਂ ਸੁਧਰਨੀ ਬੱਚਿਆਂ ਨੂੰ ਜੇ ਖਵਾਈਏ ਤਾਂ। ਸੋ ਇਸ ਕਰਕੇ ਸਾਨੂੰ ਚਾਹੀਦਾ ਆਪਣੀ ਕਮਿਊਨਿਟੀ ਦੀ ਪਹਿਲੀ ਤਾਂ ਗੱਲ ਹੈ ਜਿਹੜੀਆਂ ਔਰਤਾਂ ਆ, ਔਰਤਾਂ ਨੂੰ ਟ੍ਰੇਨਿੰਗ ਦਵੋ ਕਿ ਉਹਨਾਂ ਦੇ ਕੋਲ ਚਾਹੇ ਉਹ ਪੜ੍ਹੀ ਲਿਖੀ ਹੋਵੇ ਚਾਹੇ ਉਹ ਅਨਪੜ੍ਹ ਹੋਵੇ ਜੀ। ਇਹਦਾ ਮਤਲਬ ਇਹ ਨਹੀਂ ਕਿ ਜੇ ਪੜ੍ਹੀ ਲਿਖਿਆ ਉਹਦੇ ਕੋਲ ਕੋਈ ਹੋਰ ਸਕਿੱਲ ਨਾ ਹੋਵੇ। ਇਹ ਮਤਲਬ ਕਢਾਈ ਦੇ ਨਾਲ ਸੋਚ ਲਓ ਕਿ ਜਿਹੜੀ ਕੋਈ ਪੜ੍ਹੀ ਲਿਖੀ ਵੀ ਲੜਕੀ ਆ ਕੋਈ ਵੱਡੀ ਜੌਬ ਵੀ ਕਰਦੀ ਆ ਉਹਦੇ ਕੋਲ ਵੀ ਐਸੀ ਸਕਿੱਲਸ ਹੋਣੀਆਂ ਚਾਹੀਦੀਆਂ 1-2 ਜਿਹੜੀਆਂ ਕਿ ਕੋਈ ਐਸੀ ਗੱਲ ਹੋ ਜਾਏ ਜੌਬ ਚਲੀ ਜਾਏ ਜਾਂ ਕੁਝ ਵੀ ਹੋ ਜਾਂਦਾ ਹੈ ਔਖਾ ਟਾਈਮ ਆ ਜਾਂਦਾ ਉਹ ਆਪਣੀ ਸਕਿੱਲ ਨੂੰ ਯੂਜ਼ ਕਰ ਸਕੇ। ਬਿਲਕੁਲ ਬਹੁਤ ਇਸੇ ਤਰੀਕੇ ਨਾਲ ਜਿਹੜੀਆਂ ਅਨਪੜ੍ਹ ਤੀਵੀਆਂ ਨੇ ਉਹ ਕਿਉਂਕਿ ਜਿਹੜੀ ਸਕਿੱਲਸ ਹੈਗੀਆਂ ਨੇ ਬਹੁਤ ਸਾਰੀਆਂ ਉਹ ਸਿੱਖ ਸਕਦੀਆਂ ਨੇ ਜਿਹੜਾ ਕਿ ਉਹ ਆਪਣੇ ਬੱਚੇ ਦੀ ਪਰਵਰਿਸ਼ ਕਰ ਸਕਦੀਆਂ ਨੇ। ਔਰ ਦੂਸਰਾ ਜਿਹੜੇ ਸ਼ਰਾਬੀ ਬੰਦੇ ਨੇ ਪੀ ਕੇ ਸ਼ਰਾਬਾਂ ਵੋਟਾਂ ਦਿੰਦੇ ਨੇ ਔਰ ਤੀਵੀਆਂ ਨੂੰ ਗਾਲੀਆਂ ਮਾਰਦੇ ਨੇ, ਉਹਨਾਂ ਨੂੰ ਇਹ ਹੀ ਨਹੀਂ ਪਤਾ ਨਿਆਣੇ ਤਾਂ ਬਣਾ ਦਿੰਦੇ ਨੇ ਪਰ ਇਹ ਨਹੀਂ ਪਤਾ ਕਿ ਆਪਣੇ ਬੱਚੇ ਦੀ ਜ਼ਿੰਦਗੀ ਸੁਧਾਰਨੀ ਆ। ਤੇ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਜਿਹੜੀਆਂ ਕਹਿੰਦੀਆਂ ਆ ਨਹੀਂ ਜੀ ਪਤੀ ਨੂੰ ਛੋੜਨਾ ਨਹੀਂ ਇਹ ਸਾਡਾ ਰੱਬ ਆ, ਉਹ ਰੱਬ ਕਿਹਾ ਹੋਇਆ ਬਈ ਆਪਣੀ ਲਾਭ ਦਾ ਫਿਕਰ ਨਹੀਂ ਕੀਤਾ। ਕਿਉਂਕਿ ਇਹ ਵੀ ਤੁਹਾਨੂੰ ਧਿਆਨ ਦੇਣਾ ਪਊਗਾ ਕਿ ਜੇ ਆਦਮੀ ਇਹ ਨਹੀਂ ਸੋਚਦਾ ਤਾਂ ਫਿਰ ਉਹਦੇ ਨਾਲ ਤਾਂ ਔਰਤ ਫਿਰ ਉਹਦੇ ਕੋਲ ਸਕਿੱਲ ਹੋਵੇ ਤਾਂ ਆਪਣਾ ਖੁਦ ਕੰਮ ਕਰੇ ਜਿਹੜਾ ਕਿ ਆਪਣੀ ਔਲਾਦ ਨੂੰ ਸੁਧਾਰ ਸਕੇ, ਆਪਣੀ ਔਲਾਦ ਨੂੰ ਪੜ੍ਹਾ ਸਕੇ। ਮਤਲਬ ਕਿ ਥੋੜੇ ਪੈਸੇ ਆ ਤੁਹਾਡੇ ਕੋਲ ਅਨਪੜ੍ਹ ਤੀਵੀਆਂ ਉਹਦੇ ਕੋਲ ਸਕਿੱਲਸ ਹੈਗੀਆਂ ਨੇ ਪਰ ਉਹ ਕਰਕੇ 2 ਬੱਚੇ ਤਾਂ ਪੜ੍ਹਾਈ ਸਕਦੀ, 2 ਨਾਲ ਇੱਕ ਤੇ ਘਰ ਦਾ ਬੱਚਾ ਪੜ੍ਹਾਊਗੀ ਨਾ ਜੀ ਬਾਕੀ ਨਹੀਂ ਸਾਰੇ ਪੜ੍ਹਾ ਸਕਦੇ, ਇੱਕ ਹੀ ਬੱਚਾ ਘਰ ਦਾ ਤਿਆਰ ਕਰ ਲਓ। ਇਸ ਕਰਕੇ ਮੈਂ ਇੰਨਾ ਹੀ ਕਹੂੰਗੀ, ਬਹੁਤ ਸਾਰੀਆਂ ਹੋਰ ਗੱਲਾਂ ਨੇ ਪਰ ਲੇਕਿਨ ਮੈਂ ਅੱਜ ਇੰਨਾ ਕੀ ਕਹੂੰਗੀ ਕਿਉਂਕਿ ਹੋਰ ਵੀ ਪਿੱਛੇ ਹੋਣਗੇ ਕਿਉਂਕਿ ਬਹੁਤ ਗੁੱਸਾ ਆਉਂਦਾ ਹੈ ਦੇਖ ਕੇ ਕਿ ਅਸੀਂ ਸਕਿੱਲਸ ਤਾਂ ਕਿਸੇ ਨੂੰ ਸਿਖਾ ਦੇਣਗੇ ਨਾ। ਅਸੀਂ ਕਹਿੰਦੇ 12 ਕੋਈ ਲੜਕੀ ਪੜ੍ਹੀ ਫਿਰ 10-12 ਪੜ੍ਹ ਕੇ ਹਟਾ ਲੈਂਦੇ ਨੇ, ਉਹਨਾਂ ਨੂੰ ਅਸੀਂ ਪੜ੍ਹਾ ਲਈਏ 2 ਵਿਆਹ ਕਰਦੇ ਨੇ ਜੀ, ਵਿਆਹ ਕਰ ਲਈਏ ਅਸੀਂ ਕੁੜੀਆਂ ਦਾ ਜਾਂ ਕੁੜੀਆਂ ਦਾ ਵਿਆਹ ਕਰ ਲਏ। ਪਹਿਲੀ ਗੱਲ ਮੈਂ ਤੁਹਾਨੂੰ ਹੋਰ ਵੀ ਦੱਸ ਦੇਵਾਂ, ਜਿਹੜੇ ਵੀ ਹੋਰ ਕਮਿਊਨਿਟੀ ਦੇ ਵੀ ਕਹਿੰਦੇ ਅਸੀਂ ਜੀ 50 ਕੁੜੀਆਂ ਦਾ ਹਰ ਸਾਲ ਵਿਆਹ ਕਰਦੇ ਆ, 100 ਕੁੜੀਆਂ ਦਾ ਵਿਆਹ ਕਰਦੇ। ਪਹਿਲਾਂ ਤਾਂ ਜਿਹੜਾ ਗਰੀਬ ਦੀ ਲੜਕੀ ਨੂੰ ਵਿਆਹਿਆ ਆ ਉਹਦਾ ਮੀਨ ਗਿਆ ਕਿ ਉਹਨੂੰ ਹੋਰ ਗਰੀਬ ਕਰੋ ਕਿਉਂਕਿ ਸਾਲ ਬਾਅਦ ਉਹਨੇ ਬੱਚਾ ਜੰਮ ਦੇਣਾ ਤੇ ਉਹ ਇੱਕ ਹੋਰ ਵੀ ਗਰੀਬੀ ਆ ਗਈ ਹੈ ਨਾ, ਗਰੀਬ ਨੂੰ ਹੋਰ ਗਰੀਬ ਕਰਦੇ। ਉਸ ਲੜਕੀ ਦੀ ਜਿਹੜਾ ਵਿਆਹ ਤੇ ਪੈਸਾ ਖਰਚਦੇ ਆ ਉਹਨੂੰ ਉਹੀ ਪੈਸੇ ਲਾ ਕੇ ਉਹਨੂੰ ਸਕਿੱਲ ਕਿਉਂ ਨਹੀਂ ਸਿਖਾਉਂਦੇ? ਕੰਮਕਾਰ ਨਹੀਂ ਸੀ ਉਹਨੂੰ ਦਿੱਤਾ ਜਾਂਦਾ, ਉਹਨੂੰ ਗਰੀਬੇ ਬਣਾਇਆ ਜਾਂਦਾ। ਫਿਰ ਉਹਦੀ ਜਿਹੜੀ ਆ ਸੋਚ ਕਿੱਧਰ ਖਰਾਬ ਆ? ਪਹਿਲੇ ਤਾਂ ਕਮਿਊਨਿਟੀ ਦੀ ਸੋਚ ਖਰਾਬ ਆ ਕਿਉਂਕਿ ਜਦੋਂ ਇਹ ਮੈਂ ਵਿਆਹ ਦੇਖਦੀਆਂ ਹੁੰਦੇ ਨਾ ਟੀਵੀ ਦੇ ਵਿੱਚ ਮੈਨੂੰ ਇੰਨਾ ਗੁੱਸਾ ਚੜਦਾ ਆ ਕਿ ਇਹਨਾਂ ਦੀ ਸੋਚ ਕਿਉਂ ਨਹੀਂ ਕੰਮ। ਫਿਰ ਏਦਾਂ ਹੱਥ ਅੱਡ ਕੇ ਜਿਉਂ ਰੋਂਦੀਆਂ ਨੇ ਮੋਰੇ ਹਾਂਜੀ ਜੀ ਕੁੜੀ ਲਈ ਕੁਛ ਨਹੀਂ ਬਣਾਇਆ, ਸ਼ਰਮ ਮੰਨਦੀ ਏ। ਇਹਨਾਂ ਦੇ ਵਿੱਚ ਜਿਹੜੀ ਦੂਸਰਾ ਆ ਕਿ ਇਹਨਾਂ ਨੂੰ ਸਿੱਖਿਆ ਦੇਣ ਦਾ ਕੋਈ ਐਸਾ ਗਰੁੱਪ ਬਣਾਵੋ ਕਿ ਘਰ ਘਰ ਜਾ ਕੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਜਿਹੜਾ ਕਿ ਇਹਨਾਂ ਦਾ ਬ੍ਰੇਨ ਨੂੰ ਖੋਲਣ ਦੀ। ਕਿਉਂਕਿ ਕਈ ਦਫਾ ਕੀ ਹੁੰਦਾ ਆ ਕਿ ਜਦੋਂ ਆਪਾਂ ਉਹੋ ਜਿਹੇ ਲੋਕਾਂ 'ਚ ਹੀ ਬੈਠਦੇ ਆ ਆਂਢੀ ਗਵਾਂਢੀ ਤੇ ਦਿਮਾਗ ਉਦਾਂ ਦਾ ਹੀ ਹੋ ਜਾਂਦਾ ਵੇ ਨਾ। ਇਹ ਵੀ ਮੈਂ ਮੰਨਦੀ ਆ ਕਿ ਜ਼ਰੂਰੀ ਨਹੀਂ ਗਾ ਕਿਉਂਕਿ ਜਿਹੋ ਜਿਹਾ 'ਚ ਬੈਠੋਗੇ ਉਹੋ ਜਿਹੇ ਤੁਹਾਡਾ ਉਹੋ ਹੀ ਗੱਲਾਂ ਕਰੀ ਜਾਣੀਆਂ, ਉਹ ਦੱਸਣ ਵਾਲਾ ਕੋਈ ਹੁੰਦਾ ਨਹੀਂ। ਠੀਕ ਹੈ ਜੀ, ਪਲੀਜ਼ ਮੈਂ ਅਗਰ ਕਿਸੇ ਨੂੰ ਇਹ ਗੱਲ ਬੁਰੀ ਲੱਗੇ ਤਾਂ ਮੈਂ ਮਾਫੀ ਚਾਹੁੰਦੀ ਆ ਪਰ ਇਹ ਸੱਚਾਈ ਆ। ਮੈਂ ਤਾਂ ਇਹਨਾਂ ਚੀਜ਼ਾਂ 'ਚ ਬਿਲੀਵ ਕਰਦੀ ਆ, ਮੈਂ ਦੂਸਰੀਆਂ 'ਚ ਨਹੀਂ ਬਿਲੀਵ ਕਰਦੀ। ਦੂਸਰਿਆਂ ਵੱਲ ਨੂੰ ਤੱਕੀ ਜਾਵੋ, ਦੇਖੀ ਜੋ ਦੂਸਰਾ ਸਾਡਾ ਕਰੇ ਆਣਗੇ ਤਾਂ ਅਦਰਵਾਈਜ਼ ਤੁਸੀਂ ਇਹ ਰੌਲਾ ਪਾਉਂਦੇ ਰਹਿਣਾ, ਕਿਸੇ ਨੇ ਨਹੀਂ ਕੁਝ ਕਰਨਾ। ਠੀਕ ਹੈ, ਥੈਂਕ ਯੂ ਈਸ਼ਾ ਜੀ, ਬਹੁਤ ਵਧੀਆ ਜੀ ਤੁਹਾਡੇ ਵਿਚਾਰ। ਥੈਂਕ ਯੂ। ਓਕੇ, ਥੈਂਕ ਯੂ। ਬਹੁਤ ਵਧੀਆ ਵਿਚਾਰ ਸੀ ਤੁਹਾਡੇ ਊਸ਼ਾ ਜੀ। ਜਿੱਦਾਂ ਸਾਰੀ ਸੱਚਾਈ ਆ, ਜਿੱਦਾਂ ਗੱਲਬਾਤ ਸਹੀ ਕੀਤੀ ਹੈ ਵੀ ਜਿੱਦਾਂ ਵਿਆਹ ਕਰਨੋਂ ਪਹਿਲਾਂ ਕੋਈ ਉਹਨਾਂ ਕੋਈ ਕੰਮ ਹੋਵੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਕੁਝ। ਜਿਹੜੇ ਇਹ ਵੀ ਵਿਚਾਰ ਦਿੱਤੇ ਆ ਉਹ ਮੈਂ ਵੀ ਸੋਚਦਾ ਆ ਜੀ। ਮੈਂ ਤੁਹਾਡੇ ਨਾਲ ਵੀ ਬਹੁਤ ਵਾਰੀ ਸ਼ੇਅਰ ਕੀਤੀ ਆ ਕਿ ਇਹ ਜਿਹੜੇ ਬੱਚੇ ਜਿਨ੍ਹਾਂ ਦੇ ਵਿਆਹ ਹੋ ਰਿਹਾ ਇਹ ਠੀਕ ਆ, ਮਾਂ ਪਿਓ ਨੂੰ ਲੋੜ ਆ ਵੀ ਸਾਡੇ ਬੱਚਿਆਂ ਦੇ ਵਿਆਹ ਹੋ ਜਾਣ, ਜਵਾਨ ਹੋ ਰਹੇ ਆ ਘਰ 'ਚ ਬੈਠੇ ਪਰ ਸਾਲ 2 ਸਾਲਾਂ ਬਾਅਦ ਉਹਨਾਂ ਦੇ 2-3 ਬੱਚੇ ਹੋਰ ਹੋ ਜਾਂਦੇ ਆ ਔਰ ਉਹ ਹੋਰ ਗਰੀਬ ਹੋ ਜਾਂਦੇ ਆ ਔਰ ਫਿਰ ਬਾਬਿਆਂ ਦੇ ਚੇਲੇ ਬਣ ਜਾਂਦੇ ਆ ਔਰ ਇਹ ਲੋੜ ਹੈਗੀ ਆ। ਹੈਲੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਵਧਾਈਆਂ ਨੇ ਸੁੱਖ ਨਾਲ ਹਰ ਇਨਸਾਨ ਨੂੰ, ਵਿਆਹਾਂ ਵਾਲੇ ਬੱਚਿਆਂ ਨੂੰ ਵੀ, ਮਾਤਾ ਪਿਤਾ ਨੂੰ ਵੀ ਜੀ, ਆਪ ਜੀ ਨੂੰ ਵੀ। ਹਾਂਜੀ, ਬਸ 1-2 ਇੱਕ ਟੱਪਾ ਦੱਸਾਂਗੀ ਤੁਹਾਨੂੰ ਥੋੜੀ ਦਾ। ਹਾਂਜੀ
अच्छा तेरे हाथ विच फुटवाली गेंद वीरा तेरे खेल नैनू तेरे हाथ विच कलम दवात वीरा स्कूले पढ़ने नू अपने नाने दादे नू कर ले तैयार जने वेले चढ़ने नू जी अपने बाबल मामिया सारे टब्बर नू कर ले तैयार जने वेले चढ़ने नू जी अब तुसी की कर गिल्ले हो जी बहुत बढ़िया जी थैंक यू हां मलतानो कोड़ी आई वीरा किस मांगी ते किस मंगाई वीरा या दूसरी जी मलतानो कोड़ी आई वीरा बेटे मांगी ते बाप मगाई वीरा जड़ मेरे अडलाड सुख ना सियाना वीरा तू ते सावरे कर जाना वीरा तू ते सासू दे हाथां दा खाना वीरा बहुत वधिया जी थैंक यू बहुत वधिया जी थैंक यू तुहाडा बहुत वधिया जी हाँ जी लगता कॉलां बहुत हो हाँ जी घोड़ी जिदा वधिया सी गाउंदे तां हाँ जी जिदा आवाज़ भी देखो कितनी भारी है इन्हां दी जिदा सुनदा सारा कुछ ते हुण आपां एक घोड़ी मैं भी गाउंदी हां मंजियां ते बैठ के गाउण वाली सी हाँ जी बारी दे के ठीक है आपां एक उषा जी नूं कहंदे आ जी कई बारी सारे कॉलर लेने ਜਾਂ लंबी गल करनी औखी हो जाती जी जी घंटा एक ਹੁੰਦਾ ਉਹਦੇ ਵਿੱਚ ਘੰਟਾ ਵੀ ਨਹੀਂ 50 ਮਿੰਟ ਘੰਟਾ ਥੋੜਾ 40 45 ਮਿੰਟ ਹੁੰਦੇ ਮਸੀ 50 ਮਿੰਟ 45 ਮਿੰਟ ਹੁੰਦੇ ਆ ਗੱਲਬਾਤ ਲਈ ਸਾਰੇ ਤੇ ਉਹਦੇ ਵਿੱਚ ਆਪਾਂ ਕਈ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਜੀ ਪਰ ਕਈ ਵਾਰੀ ਮਸਲੇ ਇੰਨੇ ਡੂੰਘੇ ਹੁੰਦੇ ਉਹਨਾਂ ਉੱਤੇ ਗੱਲ ਲੰਬੀ ਕਰਨੀ ਪੈ ਜਾਂਦੀ ਹਾਂ ਤੇ ਅਸੀਂ ਕਰਦੇ ਆ ਗੱਲਬਾਤ ਕਿਉਂਕਿ ਤੁਹਾਡਾ ਮਨੋਰੰਜਨ ਦਾ ਪ੍ਰੋਗਰਾਮ ਰਹਿੰਦਾ ਤਾਂ ਸਾਨੂੰ ਫਿਰ ਉਹਦੇ ਵਿੱਚ ਆਂਸ ਘੱਟ ਮਿਲਦੇ ਵੀ ਸੀਰੀਅਸ ਅਸੀਂ ਹੋਈ ਜੀ ਫਿਰ ਉਹ ਪ੍ਰੋਗਰਾਮ ਬਦਲ ਜਾਂਦਾ ਫਿਰ ਬਦਲ ਜਾਂਦਾ ਪਰ ਅਸੀਂ ਕਰਾਂਗੇ ਕੋਸ਼ਿਸ਼ ਵੀ ਇੱਕ ਇਸ ਗੱਲ ਦੇ ਉੱਤੇ ਚੰਗੀ ਡੂੰਘੀ ਆਪਾਂ ਗੱਲਬਾਤ ਕਰੀਏ ਜੀ ਹੁਣ ਅਸੀਂ ਜਾਂਦੇ ਕੋਲ ਵੱਲ ਪਹਿਲਾਂ ਹੈਲੋ ਜੀ हेलो भैन जी मैं तरसेम बेडफोर्ड तो बोल रहा जी हाँ जी स्वागत है वीर जी बंगड़ साहब थैंक यू बलवीर जी मेरे को कोई सुझाव तो नहीं लेकिन बलवीर जी आज तुसी बहुत ही स्मार्ट ड्रेस पाया और बड़ी टाई फबदी है हाँ जी आई रियली लाइक इट हाँ जी ठीक है थैंक यू जी कोई नहीं भेज इधर गेड़ा मार लेने चाह पी जन्ने आके आ जाओ मैं इधर आया ब्रह्म बहुत ही अच्छा हो ਤੁਹਾਡਾ प्रोग्राम बहुत अच्छा जा रहा जी पे तक थैंक यू मैं बाहर आया सीगा अच्छा बाहर आया थैंक यू ਤੁਹਾਡਾ ਬਹੁਤ ਬਹੁਤ ਖਿਆਲ ਰੱਖਿਓ ਜੀ ਆਪਣਾ ਥੈਂਕ ਯੂ ਠੀਕ ਹੈ हाँ जी बंगड़ साहब से बेडफोर्ड तो हाँ जी हाँ जी तरसेम बंगड़ साहब हाँ जी बड़िया प्यारियां गल्लां करदे आ और कदे कदे तां फिर सानू 50-60 साल पुरानियां गल्लां भी दसदे 60-70 साल पुरानियां गल्लां भी दसदे आ क्योंकि अफ्रीका तो कीनिया तो मेरे ख्याल आए हुए आ और उधरला भी अपना शेयर करदे आ तां बड़ा चंगा लगदा हुण आपां जांदे कॉल वाल हेलो जी हेलो जय गुरदेव भैन जी राम जी धन गुरदेव जी कौन था कित्थों बोल रहे जी जय गुरदेव भाजी आप जी नु जी कौन बोल रहे जी बेडफोर्ड तो भजन कौर बोलदी मैं भजन कौर जी हां जी स्वागत है भैन जी ਤੁਹਾਡਾ ਬਹੁਤ ਬਹੁਤ थैंक यू जी आ ਹੁਣੇ ਭਾਜੀ ਹੁਣੀ ਗੱਲ ਕਰਕੇ ਹਟੇ ਮੈਂ ਉਹਨਾਂ ਦੀ ਭੈਣ ਬੋਲਦੀ ਆ ਅੱਛਾ ਜੀ ਤਰਸੇਮ ਬੰਗੜ ਦੀ ਅੱਛਾ ਜੀ ਠੀਕ ਆ ਹਾਂ ਜੀ ਸਵਾਗਤ ਹੈ ਵਧਾਈਆਂ ਪਹਿਲਾਂ ਤਾਂ ਬਹੁਤ ਬਹੁਤ ਉਸ ਪਰਿਵਾਰ ਨੂੰ ਜਿਨ੍ਹਾਂ ਦੇ ਵਿਆਹ ਆ ਹਾਂ ਜੀ ਤੇ ਮੈਂ ਕਿਹਾ ਸੀ ਵੀ ਸਭਾ ਦਈਏ ਹਾਂ ਜੀ ਆਓ ਜੀ ਲਿਆਓ ਘੋੜੀ ਲਿਆਓ ਹਾਂ ਉਹ ਕਹਿੰਦੇ ਵੀ ਸਾਡੇ ਮਸਲੇ ਹੋਰ ਵੀ ਸੀਗੇ ਤੇ ਇਹ ਵੀ ਸੀਗਾ ਵਿੱਚ ਹੋਈ ਤੇ ਸਾਨੂੰ ਆਪਾਂ ਸਾਰਾ ਕੁਝ ਕਵਰ ਕਰਨਾ ਪੈਂਦਾ ਕਿਉਂਕਿ ਜਿਹੜਾ ਇਹ ਫਿਰ ਡਿਮਾਂਡ ਹੋ ਜਾਂਦੀ ਹੈ ਵੀ ਲੈ ਵੀ ਸਾਡੇ ਵਿਆਹ ਹੈ ਤਾਂ ਜ਼ਰੂਰ ਕਰਿਓ ਠੀਕ ਹੈ ਭਾਜੀ ਲਿਆਓ ਜੀ ਵੇ ਵੀਰਾ ਰਾਵੀ ਦੇ ਕੰਡੇ ਰਾਵੀ ਜਮਨਾ ਦੇ ਕੰਡੇ गल्ला क्यों खड़ोता जी कुड़ियो आऊंगे मेरे बाबे जी जान सवारूगे आपे कुड़ियो आऊंगे मेरे नाने जी
जन संवारूंगे आपे जी बे वीर रवि रे कंडे रवि जमुना दे कंडे कल्ला किया खड़ोता जी कुड़ियो आऊंगे मेरे मामे जी जान सवारूंगे आपे कुड़ियो आऊंगे मेरे चाचे जी जान सवारूंगे आपे जी जी बहुत ਵਧੀਆ ਬਹੁਤ ਵਧੀਆ तो ज्यादा नहीं ਠੀਕ ਹੈ ਜੀ ਬਹੁਤ ਵਧੀਆ ਗਾਇਆ ਤੁਸੀਂ ਭਜਨ ਕੌਰ ਜੀ ਬਹੁਤ ਸੋਹਣੀ ਆਵਾਜ਼ ਵੀ ਤੁਹਾਡੀ ਬਹੁਤ ਸੋਹਣੀ ਸੀ ਥੈਂਕ ਯੂ ਜੀ ਤੁਹਾਡਾ ਬਹੁਤ ਵਧੀਆ ਟੈਕ ਕੇ ਗਾਇਆ ਸੀ ਜੀ ਔਰ ਕਹਿੰਦੇ ਵੀ ਤਰਸੇਮ ਬੰਗੜ ਸਾਹਿਬ ਹਾਂਜੀ ਉਹਨੇ ਸਿਸਟਰ ਸੀਗੇ ਜੀ ਤਾਂ ਦੱਸ ਦਿਆ ਕਰੋ ਸਾਨੂੰ ਪਤਾ ਲੱਗ ਜਾਂਦਾ ਫਿਰ ਵਧੀਆ ਲੱਗਦਾ ਵਧੀਆ ਲੱਗਦਾ ਸੋਹਣਾ ਲੱਗਦਾ ਹਾਂਜੀ ਜੀ ਉਹਨਾਂ ਵਰਗੀ ਆਵਾਜ਼ ਸੀ ਮਿੱਠੀ ਪਿਆਰੀ ਉਹਨਾਂ ਵਾਂਗੂ ਗਾਇਆ ਠੰਡਾ ਹਾਂਜੀ ਜੀ ਹੁਣ ਅਸੀਂ ਜਾਂਦੇ ਕੋਲ ਵੱਲ ਹੈਲੋ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਤਾਂ ਕਿੱਥੋਂ ਬੋਲ ਰਹੇ ਜੀ ਮੈਂ ਮਨਜੀਤ ਬੋਲਦੀ ਹਾਂ ਸਵਿੰਡਨ ਤੋਂ ਹਾਂਜੀ ਮਨਜੀਤ ਜੀ ਕਿਹੜੀ ਜਗ੍ਹਾ ਤੋਂ ਕਿਹਾ ਤੁਸੀਂ ਲੰਡਨ ਤੋਂ ਸਵਿੰਡਨ ਤੋਂ ਠੀਕ ਹੈ ਜੀ ਸਵਿੰਡਨ ਤੋਂ ਹਾਂਜੀ ਸਵਾਗਤ ਹੈ ਭੈਣ ਜੀ ਤੁਹਾਡਾ ਬਹੁਤ ਬਹੁਤ ਕੀ ਕਹਿਣਾ ਥੈਂਕ ਯੂ ਜੀ ਥੈਂਕ ਯੂ ਕੀ ਕਹਿਣਾ ਚਾਹੁੰਦੇ ਜੀ ਮੈਂ ਇੱਕ ਛੋਟਾ ਜਿਹਾ ਗਾਣਾ ਗਾਉਣਾ ਚਾਹੁੰਦੀ ਹਾਂ ਮੈਂ ਧੀਆਂ ਦਾ ਪ੍ਰੋਗਰਾਮ ਲੰਘ ਕੇ ਗਿਆ ਆ ਜਾਓ ਜੀ ਲੈ ਆਓ ਜੀ ਥੈਂਕ ਯੂ ਜੀ ਵੀਰਾ ਵੇ ਸੋਹਣੀ ਅਮੜੀ ਜਾਇਆ ਤੂੰ ਅੱਜ ਕਿਧਰੋਂ ਰਾਹ ਭੁੱਲ ਆਇਆ ਵੀਰਾ ਵੇ ਸੋਹਣੀ ਅਮੜੀ ਜਾਇਆ ਤੂੰ ਅੱਜ ਕਿਧਰੋਂ ਰਾਹ ਭੁੱਲ ਆਇਆ ਰਾ ਤੱਕ ਤੱਕ ਥੱਕੀਆਂ ਅੱਖੀਆਂ ਬੇ ਭੈਣਾ ਹੁੰਦੀਆਂ ਮੋਹ ਦੀਆਂ ਭੁੱਖੀਆਂ ਹੁਣ ਤਾਂ ਸੁਪਨਾ ਹੋ ਕੇ ਹੀ ਰਹਿ ਗਈ ਉਹ ਤੂੰ ਤਾਂ ਦੀ ਸ਼ਾਵੇ ਦੱਸ ਵੀਰ ਨਾ ਵੇ ਜਦੋਂ ਤੁਰਿਆ ਸੀ ਤੂੰ ਤਾਂ ਕੀ ਕਰਦੀ ਸੀ ਮੇਰੀ ਮਾਂ ਵੇ ਦੱਸੀ ਵੀਰ ਨਾ ਵੇ ਜਦੋਂ ਤੁਰਿਆ ਸੀ ਤੂੰ ਕੀ ਕਰਦੀ ਸੀ ਮੇਰੀ ਮਾਂ ਵੇ ਮਾਂ ਦੀ ਨਿੱਕੀ ਛਾਂ ਵੇ ਵੀਰਾ ਇਹ ਧੀ ਨੂੰ ਸਾਰੀ ਉਮਰ ਨੀ ਪੁੱਗਦੀ ਧੀ ਤਾਂ ਕਲਮੀ ਬੂਟੇ ਵਾਂਗੂ ਕਿਧਰੇ ਕੱਟੀਏ ਕਿਧਰੇ ਉਗਦੀ ਪੈਂਦਾ ਛੱਡਣਾ ਬਾਵਲ ਵੇੜਾ ਮਾਂ ਦੀਆਂ ਗਲੀਆਂ ਨਗਰ ਖੇੜਾ ਜਿਹੜਾ ਉਛੜ ਕੇ ਹੈ ਵਸਦੀ ਧੀ ਹੈ ਉਸਦਾ ਨਾਂ ਵੇ ਦੱਸੀ ਵੀਰ ਨਾ ਵੇ ਜਦੋਂ ਤੁਰਿਆ ਸੀ ਤੂੰ ਤਾਂ ਕੀ ਕਰਦੀ ਸੀ ਮੇਰੀ ਮਾਂ ਵੇ ਦੱਸ ਵੀਰ ਨਾ ਵੇ ਜਦੋਂ ਤੁਰਿਆ ਸੀ ਤੂੰ ਕੀ ਕਰਦੀ ਸੀ ਮੇਰੀ ਮਾਂ ਵੇ ਵੀਰਾ ਵੇ ਪਾਬੋ ਦਾ ਗੋਡਾ ਤੂੰ ਕਦੇ ਕਦੇ ਤਾਂ ਛੱਡਿਆ ਕਰਵੇ ਭੈਣਾਂ ਦੇ ਘਰ ਬਰੇਸ਼ ਮਾਹੀ ਤੂੰ ਆਇਆ ਕਰ ਦਿਲ ਕੱਢਿਆ ਕਰਵੇ ਮੈਂ ਪੇਕਿਆਂ ਵੱਲ ਦੀ ਖਬਰ ਨੂੰ ਤਰਸਾਂ ਸੱਸ ਦਾ ਮੇਣਾ ਸੁਣ ਸੁਣ ਮਰਸਾਂ ਨਿਤ ਤੜਕੇ ਮੈਂ ਤੱਕਾਂ ਬਨੇਰਾ ਬੈਠਾ ਕੇ ਨੀ ਕਾਵੇ ਦੱਸੀ ਵੀਰ ਨਾ ਵੇ ਜਦੋਂ ਤੁਰਿਆ ਸੀ ਤੂੰ ਤਾਂ ਕੀ ਕਰਦੀ ਸੀ ਮੇਰੀ ਮਾਂ ਵੇ ਦੱਸ ਵੀਰ ਨਾ ਵੇ ਜਦੋਂ ਤੁਰਿਆ ਸੀ ਤੂੰ ਤਾਂ ਕੀ ਕਰਦੀ ਸੀ ਮੇਰੀ ਮਾਂ ਵੇ ਵੀਰਾ ਵੇ ਤੂੰ ਬਹੁਤਾ ਹੀ ਟੋਲੀ ਤੂੰ ਧੀਆਂ ਦੇ ਦਿਨ ਭੁੱਲ ਨਾ ਜਾਵੀਂ ਵੇ ਆਪੇ ਹੀ ਮੈਂ ਲਾ ਦਊਂ ਕਰਾਏ ਤੂੰ ਖਰਚੇ ਕੰਨਿਓ ਡੁੱਲ ਨਾ ਜਾਵੀਂ ਵੇ ਮਾਂ ਦਾ ਜਿਉਣਾ ਬਦਲਿਆ ਕੇ ਨੀ ਹਾਏ ਭਾਂਡਿਆਂ ਚੋਂ ਹੱਥ ਨਿਕਲਿਆ ਕੇ ਨੀ ਵੇ ਮਾਂ ਦਾ ਜਿਉਣਾ ਬਦਲਿਆ ਕੇ ਨੀ ਭਾਂਡਿਆਂ ਚੋਂ ਹੱਥ ਨਿਕਲਿਆ ਕੇ ਨੀ ਤੂੰ ਭਾਬੀ ਨੂੰ ਸਮਝਾਵੀਂ ਮਾਂ ਦੀ ਰੱਬ ਤੋਂ ਉੱਚੀ ਥਾਂ ਵੇ ਦੱਸੀ ਵੀਰ ਨਾ ਵੇ ਜਦੋਂ ਤੁਰਿਆ ਸੀ ਤੂੰ ਤਾਂ ਕੀ ਕਰਦੀ ਸੀ ਮੇਰੀ ਮਾਂ ਵੇ ਦੱਸ ਵੀਰ ਨਾ ਵੇ ਜਦੋਂ ਤੁਰਿਆ ਸੀ ਤੂੰ ਕੀ ਕਰਦੀ ਸੀ ਮੇਰੀ ਮਾਂ ਵੇ
ਵੀਰਾ ਵੇ ਸੋਹਣੀਆ ਮੜੀ ਜਾਇਆ ਤੂੰ ਅੱਜ ਕਿਧਰੋਂ ਰਾਹ ਭੁੱਲ ਆਇਆ ਵੇ ਰਾਤ ਤੱਕ ਤੱਕ ਥੱਕੀਆਂ ਅੱਖੀਆਂ ਭੈਣਾਂ ਹੁੰਦੀਆਂ ਮੋਹ ਦੀਆਂ ਭੁੱਖੀਆਂ ਹੁਣ ਤਾਂ ਸੁਪਨਾ ਹੋ ਕੇ ਹੀ ਰਹਿ ਗਈ ਉਹ ਤੂੰ ਤਾਂ ਦੀ ਸ਼ਾਵੇ ਦਸੀਂ ਵੀਰ ਨਾ ਵੇ ਜਦੋਂ ਤੁਰਿਆ ਸੀ ਤੂੰ ਤਾਂ ਕੀ ਕਰਦੀ ਸੀ ਮੇਰੀ ਮਾਂ ਵੇ ਦਸ ਵੀਰ ਨਾ ਵੇ ਜਦੋਂ ਤੁਰਿਆ ਸੀ ਤੂੰ ਕੀ ਕਰਦੀ ਸੀ ਮੇਰੀ ਮਾਂ ਵੇ ਜੀ ਥੈਂਕ ਯੂ ਤੁਹਾਡਾ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਤੁਸੀਂ ਆਪ ਲਿਖਿਆ ਸੀ ਮਨਜੀਤ ਜੀ ਚਲੇ ਗਏ ਬਹੁਤ ਸੋਹਣਾ ਗਾਇਆ ਹੈ ਨਾ हाँ मनजीत जी स्विंडन तो हाँ जी बहुत वधिया गा के गए आ बहुत प्यारा गाना गाया और बोल भी बहुत बढ़िया लिखे हो सी आवाज़ ਨੂੰ ਵੀ ਬੜਾ ਸੂਟ ਕਰਦਾ ਸੀ ਇਹਨਾਂ ਜੀ ਜੀ ਬਹੁਤ ਵਧੀਆ ਗਾਇਆ ਗਾਣਾ ਵੀ ਨਵੇਂ ਤਰੀਕੇ ਦਾ ਸੀ ਗਾਇਆ ਵੀ ਨਵੇਂ ਤਰੀਕੇ ਨਾਲ ਸ਼ਾਇਦ ਆਪੇ ਲਿਖਿਆ ਹੋਊਗਾ ਬਹੁਤ ਵਧੀਆ ਗਾਇਆ ਗਾਣੇ ਦੇ ਜਿਹੜੇ ਬੋਲ ਸੀ ਇਹ ਰੂਹ ਤੱਕ ਉਤਰਦੇ ਹਾਂਜੀ ਹਾਂਜੀ ਬਹੁਤ ਵਧੀਆ ਘਰ ਦੀ ਸਟੋਰੀ ਸੀ ਸਾਰੀ ਘਰ ਵਿੱਚ ਸਾਰੇ ਦੁੱਖ ਸੁੱਖ ਜਿਹੜੇ ਇਹਦੇ ਵਿੱਚ ਸੀਗੇ ਜੀ ਜੀ ਔਰ ਧੰਨਵਾਦ ਕਰਦੇ ਹਾਂ ਤੁਹਾਡਾ ਮਨਜੀਤ ਜੀ ਸਵਿੰਡਨ ਵਾਲਿਓ ਫੇਰ ਵੀ ਨੈਕਸਟ ਵੀਕ ਲੈ ਕੇ ਆਇਓ ਕੁਛ ਨਾ ਕੁਛ ਸਾਨੂੰ ਉਮੀਦ ਇਹ ਹੈ ਕਿ ਇਹ ਗਾਣਾ ਉਹਨਾਂ ਨੇ ਆਪੇ ਲਿਖਿਆ ਹੋ ਸਕਦਾ ਹਾਂਜੀ ਐਨ ਵਿੱਚ ਜਿੱਦਾਂ ਚੁਣ ਕੇ ਬੋਲ ਪਾਏ ਆ ਜਦੋਂ ਤੁਸੀਂ ਗਾਉਂਦੇ ਆ ਤਾਂ ਜਿਹੜੀ ਤੁਹਾਡੀ ਰੂਹ ਹੁੰਦੀ ਆ ਉਹ ਦੱਸਦੀ ਆ ਵੀ ਇਹ ਤੁਸੀਂ ਲਿਖਿਆ ਜਾਂ ਹੋਰ ਕਿਸੇ ਨੇ ਲਿਖਿਆ ਇਦਾਂ ਹੀ ਆ ਇਦਾਂ ਪਤਾ ਲੱਗ ਜਾਂਦਾ ਚਲੋ ਬਹੁਤ ਸੋਹਣਾ ਔਰ ਸਾਨੂੰ ਚੁੱਪ ਕਰਾ ਦਿੱਤਾ ਜੀ ਜੀ ਮੈਂ ਵੀ ਆ ਛੋਟੀ ਜਿਹੀ ਇੱਕ ਘੋੜੀ ਗਾਉਂਦੀ ਆ ਉਹਨਾਂ ਨੇ ਇਹ ਮੰਗੀ ਸੀਗੀ ਚੁੱਪ ਤਾਂ ਹੁੰਦੇ ਨਹੀਂ ਪਰ ਚੁੱਪ ਕਰਾਤਾ ਟੈਲੀਵਿਜ਼ਨ ਤਾਂ ਹੁਣ ਚੁੱਪ ਹੋ ਨਹੀਂ ਸਕਦੇ ਨਾ ਰੇਡੀਓ ਹੋਵੇ ਤਾਂ ਬੰਦਾ ਇੱਧਰ ਨੂੰ ਕਰ ਦਿੰਦਾ ਉੱਧਰ ਨੂੰ ਕਰ ਦਿੰਦਾ ਹਾਂਜੀ ਉਹਨੂੰ ਘੁਮਾ ਦਿੰਦਾ ਮਾਈਕ ਨਹੀਂ ਹੋਣੀ ਹੈ ਨਾ ਗੱਲਬਾਤ ਕਰੋ ਤਾਂ ਗਾਣਾ ਲਾ ਦਿਓ ਨਾ ਜਿਹੜਾ ਟੈਲੀ ਹੈ ਤੇ ਤੁਹਾਨੂੰ ਗੱਲ ਕਰਨੀ ਪਊਗੀ ਸੋ ਆਪਾਂ ਗੱਲਬਾਤ ਜਾਰੀ ਰੱਖਾਂਗੇ ਕਦੇ ਕਦੇ ਇਮੋਸ਼ਨਲ ਤਾਂ ਹੋ ਜਾਂਦੇ ਆ ਜੀ ਆ ਮੈਂ ਚਲੋ ਗਾਓ ਤੁਸੀਂ ਗਾਓ ਫਿਰ ਮਸਲੇ ਸਾਡੇ ਬਹੁਤ ਆ ਮਸਲੇ ਸਾਡੇ ਬਹੁਤ ਆ ਫਿਰ ਜੇ ਨਹੀਂ ਤਾਂ ਅਸੀਂ ਫਿਰ ਗੱਲ ਹੋਰ ਸ਼ੁਰੂ ਕਰ ਲੈਣੀ ਆ ਤੇ ਇਹ ਹੈਗੀ ਆ कोड़ी भी तैयार है काठी तिलेदार है आजा मेरे वीर ना तेरा इंतजार है दूरों दूरों शगन मनावण नूं दूरों दूरों भैण आईयां तेरे शगन मनावण नूं भैणा दे नाल जीजे आए नाल बराती जावण नूं कोड़ी भी तैयार है काठी तिलेदार है आजा मेरे वीरना तेरा इंतजार है दूरों दूरों भाबियां आईयां तेरे शगन मनावण नूं भाबियां दे नाल वीरे आए नाल बराती जावण नूं कोड़ी भी तैयार है काठी तिलेदार है आजा मेरे वीरना तेरा इंतजार है दूरों दूरों भूआ आईयां तेरे शगन मनावण नूं भूआ दे नाल फुफड़ आए नाल बराती जावण नूं कोड़ी भी तैयार है काठी तिलेदार है आजा मेरे वीरना तेरा इंतजार है दूरों दूरों मामियां आईयां तेरे शगन मनावण नूं मामियां दे नाल मामे आए नाल बराती जावण नूं कोड़ी भी तैयार है काठी तिलेदार है आजा मेरे वीरना तेरा इंतजार है दूरों दूरों मासियां आईयां
दूरों दूरों मासियां आईयां तेरे शगन मनावण नूं, तेरे शगन मनावण नूं। मासियां दे नाल मासड़ आए नाल बराती जावण नूं, नाल बराती जावण नूं। कोड़ी भी तैयार है काठी तिल्लेदार है, आजा मेरे वीरना तेरा इंतजार है, तेरा इंतजार है, तेरा इंतजार है। ਇਹ ਸੀ ਜੀ ਘੋੜੀ ਹੈ, ਕਿਸੇ ਨੇ ਮੰਗੀ ਸੀ, ਕਹਿੰਦੇ ਸੀਗੇ ਅਸੀਂ ਸਾਰੀ ਸੁਣਨੀ ਆ ਤੇ ਫਿਰ ਅਸੀਂ ਗਾਉਣੀ ਆ, ਤਾਂ ਕਰਕੇ ਢੋਲਕੀ ਦੇ ਨਾਲ ਉਦਾਂ ਇਹ ਗਾਉਂਦੇ ਆ ਜਿੱਦਾਂ। ਹਾਂਜੀ, ਤੁਸੀਂ ਵੀ ਸਾਨੂੰ ਚੁੱਪੇ ਕਰਾ ਦਿੱਤਾ ਸੀ, ਬਹੁਤ ਵਧੀਆ, ਬਹੁਤ ਸੋਹਣੀ ਸੀ ਜੀ। ਹਾਂਜੀ ਹਾਂਜੀ, ਹੁਣ ਜਾਂਦੇ ਅਸੀਂ ਕੋਲ ਵੱਲ। ਹੈਲੋ ਜੀ, ਹੈਲੋ ਜੀ, ਹੈਲੋ ਭੈਣ ਜੀ। ਹੈਲੋ ਜੀ, ਹੈਲੋ ਜੀ, ਮੈਂ ਜੀ ਵਿਦਿਆ ਜੱਖੂ ਬੋਲ ਰਹੀ ਹਾਂ। ਹਾਂਜੀ, ਸਵਾਗਤ ਹੈ ਵਿਦਿਆ ਜੱਖੂ ਜੀ, ਆ ਜਾਓ ਜੀ। ਹਾਂਜੀ, ਧੰਨਵਾਦ ਜੀ ਤੁਹਾਡਾ। ਹਾਂਜੀ ਹਾਂਜੀ, ਤੇ ਮੈਂ ਸੋਚਿਆ ਕਿ ਚਲੋ ਮੈਂ ਵੀ ਅੱਜ ਆਪਣੇ ਵਿਚਾਰ ਪੇਸ਼ ਕਰ ਦੇਵਾਂ। ਹਾਂਜੀ, ਆ ਜਾਓ, ਲੈ ਆਓ ਜੀ, ਕੀ ਲੈ ਕੇ ਆਏ। ਪਹਿਲੀ ਤਾਂ ਗੱਲ ਇਹ ਆ ਕਿ ਤੁਸੀਂ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਅੱਜ ਤੁਸੀਂ ਬੜੇ ਵਧੀਆ ਲੱਗ ਰਹੇ ਆ। ਥੈਂਕ ਯੂ ਜੀ। ਹਾਂਜੀ, ਦੇਖ ਕੇ ਖੁਸ਼ੀ ਹੋ ਰਹੀ ਆ, ਗੱਲਬਾਤ ਵੀ ਬਹੁਤ ਵਧੀਆ ਚੱਲ ਰਹੀ ਆ। ਠੀਕ ਹੈ ਜੀ। ਹਾਂਜੀ, ਮੈਂ ਤਾਂ ਉਹ ਲੜਕੇ ਤੇ ਹੀ ਗੱਲ ਕਰਨੀ ਸੀ ਜੀ, ਲੈ ਆਓ ਜੀ। ਇੰਦਰਜੀਤ ਤੇ, ਜਿਹੜਾ ਕਿ ਜਾਨੀ ਕਿ 75 ਸਾਲ ਹੋ ਗਏ ਭਾਰਤ ਦੇਸ਼ ਆਜ਼ਾਦ ਹੋਏ ਨੂੰ। ਹਰ ਸਾਲ ਭਾਰਤ ਦੇ ਗੁਣ ਗਾਏ ਜਾਂਦੇ ਆ, ਬੜੇ ਜਸ਼ਨ ਮਨਾਏ ਜਾਂਦੇ ਆ। ਭੈਣ ਜੀ ਫੋਨ ਦੇਖੋ ਹਾਲੇ ਮੰਨੂ ਬਾਅਦ ਉੱਥੋਂ ਖਤਮ ਨਹੀਂ ਹੋਇਆ। ਫੋਨ ਕੋਲ ਨੂੰ ਕਰ ਲਓ, ਫੋਨ ਕੋਲ ਨੂੰ ਕਰ ਲਓ, ਆਵਾਜ਼ ਥੋੜੀ ਜਿਹੀ ਹੋਰ ਆਵੇ। ਹਾਂਜੀ, ਕੋਲੇ ਹੀ ਆ ਜੀ ਮੇਰੇ। ਠੀਕ ਹੈ ਜੀ। ਹਾਂਜੀ, ਮੈਂ ਕਿਹਾ ਮੰਨੂ ਬਾਅਦ ਜੋ ਵੀ ਕਰ ਰਿਹਾ, ਦੇਖੋ ਹਾਲੇ ਤੱਕ ਦੇਖੋ ਕਿੱਦਾਂ ਗਰੀਬਾਂ ਤੇ ਜ਼ੁਲਮ ਹੁੰਦਾ ਆ, ਉਹ ਸਾਰਿਆਂ ਦੇ ਨਾਂ ਸਹਿਣਯੋਗ ਆ। ਹੈਲੋ, ਹਾਂਜੀ, ਆ ਜਾਓ ਜੀ, ਸੁਣ ਰਹੇ ਹਾਂ ਜੀ, ਆ ਜਾਓ, ਲੈ ਆਓ। ਹਾਂਜੀ, ਤਾਂ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਜੀ ਵੀ ਘੜੇ ਨੂੰ ਹੱਥ ਲਾਉਣ ਤੇ ਉਸ ਬੇਟੇ ਨੂੰ ਇੰਨਾ ਕੁੱਟਿਆ ਕਿ ਅੱਧ ਮੋਇਆ ਕਰ ਦਿੱਤਾ, ਆਖਿਰਕਾਰ ਉਹਨੂੰ ਮੌਤ ਦੀ ਘਾਟ ਉਤਾਰ ਦਿੱਤੀ। ਜੀ ਜੀ, ਬਹੁਤ ਦੁੱਖ ਦੇ ਨਾਲ ਕਹਿਣਾ ਪੈਂਦਾ ਆ। ਔਰ ਮੈਂ ਆਪਣੀ ਵੱਲੋਂ, ਆਪਣੇ ਪਰਿਵਾਰ ਵੱਲੋਂ ਬਹੁਤ ਬਹੁਤ ਸਾਡੀ ਵੱਲੋਂ ਅਫਸੋਸ, ਤੇ ਮੈਂ ਕਹਿੰਦੀ ਆ ਕਿ ਉਸ ਟੀਚਰ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਤੇ ਉਹਨੂੰ ਫਾਂਸੀ ਮੈਂ ਕਹਿੰਦੀ ਦੇਣੀ ਚਾਹੀਦੀ ਆ। ਹਾਂਜੀ, ਮੇਰੇ ਮਨ 'ਚ ਸੀਗਾ, ਮੈਂ ਕਿਹਾ ਚਲੋ ਆਪਾਂ ਵੀ ਗੱਲ ਕਰਦੇ ਆ। ਮਨ ਵਿੱਚ ਦੁੱਖ ਹੈ ਜੀ ਪੂਰਾ ਐਨ। ਹਾਂਜੀ, ਮੈਂ ਕਹਿੰਦੀ ਆ ਵੀ ਜੇ ਤੁਸੀਂ ਕਹੋ ਤਾਂ ਮੈਂ ਛੋਟੀ ਜਿਹੀ ਕਵਿਤਾ ਬੋਲ ਦਿੰਦੀ ਜੀ। ਬੋਲ ਦਿਓ। ਹਾਂਜੀ, ਇਹ ਜੀ ਭਾਰਤ ਤੇ ਹੀ ਆ ਜੀ। ਇਹ ਕਹਿੰਦੇ ਆ ਕਿ ਮਾਣ ਕਰਾਂ ਕਿ ਇਸ ਭਾਰਤ ਤੇ ਜੀ ਕਰਦਾ ਏ ਭੰਡਾ, ਜਿਸਨੇ ਮੇਰੇ ਸਿਰ ਤੇ ਲੱਦੀਆਂ ਜ਼ੁਲਮ ਸਿਤਮ ਦੀਆਂ ਪੰਡਾਂ। ਜੀ। ਜਿਸ ਦੇ ਲਾਡਲੇ ਪੁੱਤਾਂ ਪਾਈਆਂ ਊਚ ਨੀਚ ਦੀਆਂ ਵੰਡਾਂ, ਜਿਸ ਦੇ ਬੋਲੇ ਕੰਨ ਨਾ ਸੁਣਦੇ ਮਜ਼ਲੂਮਾਂ ਦੀਆਂ ਡੰਡਾਂ। ਜੀ। ਹਾਂਜੀ, ਕਹਿੰਦੇ ਅੱਧ ਵਿਚਾਲੇ ਲਟਕ ਰਹੇ ਹਾਂ, ਨਾ ਜਿਉਂਦੇ ਨਾ ਮਰਦੇ, ਐਸੇ ਘੁੰਮਣ ਘੇਰੀ ਫਸ ਗਏ, ਨਾ ਡੁੱਬਦੇ ਨਾ ਤਰਦੇ। ਸੰਗਲ ਇਸ ਦੇ ਕੱਟਣ ਖਾਤਰ ਜਾਨ ਦੀ ਬਾਜੀ ਲਾਈ, ਆਜ਼ਾਦੀ ਦੇ ਜਸ਼ਨ ਮਨਾਏ ਹੁਣ ਤੱਕ ਚਾਈ। ਅੱਜ ਦੇ ਇਸ ਸਾਇੰਸ ਯੁੱਗ ਵਿੱਚ ਚੰਨ ਤੇ ਪਹੁੰਚਿਆ ਬੰਦਾ, ਅੱਜ ਦੇ ਇਸ ਸਾਇੰਸ ਯੁੱਗ ਵਿੱਚ ਚੰਨ ਤੇ ਪਹੁੰਚਿਆ ਬੰਦਾ, ਕਰ ਰਹੀਆਂ ਨੇ ਅੱਜ ਮਸ਼ੀਨਾਂ ਇਨਸਾਨ ਦਾ ਧੰਦਾ। ਜੀ ਜੀ। ਹਾਂਜੀ, ਕਹਿੰਦੇ ਇੱਥੇ ਬਹਿਸ ਅਜੇ ਵੀ ਜਾਰੀ, ਆ ਚੰਗਾ ਉਹ ਮੰਦਾ, ਗਲ ਚੋਂ ਸਾਡੇ ਲੈ ਨਾ ਸਕਿਆ ਵਿਤਕਰਿਆਂ ਦਾ ਫੰਦਾ। ਉੱਥੇ ਹੀ ਆ ਫਸਿਆ। ਹਾਂਜੀ ਹਾਂਜੀ, ਉੱਥੇ ਹੀ ਆ। ਅੱਜ ਪਰਮਾਣੂ ਯੁੱਧ ਤੋਂ ਡਰਦੀ ਕੰਬੇ ਦੁਨੀਆ ਸਾਰੀ, ਅੱਜ ਪਰਮਾਣੂ ਯੁੱਧ ਤੋਂ ਡਰਦੀ ਕੰਬੇ ਦੁਨੀਆ ਸਾਰੀ, ਇੱਥੇ ਮੰਦਰ ਜਾਣ ਤੋਂ ਰੋਕੇ ਸਾਨੂੰ ਅਜੇ ਪੁਜਾਰੀ। ਬਿਲਕੁਲ। ਹਾਂ, ਕਹਿੰਦੇ ਪੀਛੇ ਜਾਣਗੇ ਵਕਤ ਦੀ ਚੱਕੀ, ਭਾਰਤ ਦੇ ਪੁੱਤ ਅਭਾਗੇ, ਕੁੰਭ ਕਰਨ ਦੀ ਨੀਂਦੋ ਭਾਰਤ ਅਜੇ ਵੀ ਜੇ ਨਾ ਜਾਗੇ, ਭਾਰਤ ਅਜੇ ਵੀ ਜੇ ਨਾ ਜਾਗੇ। ਔਖਾ ਹਾਲੇ ਜਾਗਣਾ, ਹਾਲੇ ਵੀ ਔਖਾ। ਹਾਂਜੀ, ਬਹੁਤ ਜੀ ਦੁੱਖ ਨਾਲ ਕਹਿਣਾ ਪੈਂਦਾ ਆ ਜੋ ਉਸ ਬੱਚੇ ਦੇ ਨਾਲ ਹੋਇਆ। ਜਦੋਂ ਅਸੀਂ ਆਪਣੇ ਬੱਚੇ ਘਰ ਦੇ ਵਿੱਚ ਦੇਖਦੇ ਆ, ਸਾਨੂੰ ਬਹੁਤ ਦੁੱਖ ਹੁੰਦਾ ਆ ਜੀ। ਬੱਚਿਆਂ ਨੇ ਵੀ ਬਹੁਤ ਦੁੱਖ ਮਨਾਇਆ ਸੁਣ ਕੇ ਵੀ ਇਹ ਕੀ ਹੋ ਰਿਹਾ ਇੰਡੀਆ ਦੇ ਵਿੱਚ। ਅਸਲ ਵਿੱਚ ਅਜੇ ਸਮਝ ਹੀ ਨਹੀਂ ਆਈ ਵੀ ਗੱਲ ਕੀ ਆ, ਇਨਸਾਨੀਅਤ ਹੈ ਕੀ ਆ। ਦੇਖੋ ਜੀ, ਉਹ ਜੋ ਉਸ ਬੱਚੇ ਨਾਲ ਹੋਇਆ, ਜਿਹੜਾ ਟੀਚਰ ਹੈ ਉਹ ਆਪਣੇ ਬੇਟੇ ਜਾਂ ਬੇਟੀ ਨਾਲ ਇਦਾਂ ਕਰਕੇ ਦੇਖ ਲਾ।
ਉਹ ਭੈਣ ਜੀ ਮਿਹਨਤਾਂ ਕਰਦਾ, ਇੰਨਾ ਤੜਫਦਾ ਸੀ, ਦੇਖ ਨਹੀਂ ਸੀ ਹੁੰਦਾ, ਇੰਨਾ ਤੜਫਾਇਆ ਉਹਨੂੰ। ਦੇਖੋ ਜੀ ਇੰਨੇ ਦੁੱਖ ਦੇ ਨਾਲ ਕਹਿਣਾ ਪੈਂਦਾ, ਜੋ ਹੋਇਆ ਅਸੀਂ ਪਰਿਵਾਰ ਦੇ ਨਾਲ ਖੜੇ ਆ ਜੀ। ਜੋ ਵੀ ਹੋ ਰਿਹਾ ਇੰਡੀਆ 'ਚ ਅਸੀਂ ਉਹਦੀ ਘੋਰ ਨਿੰਦਾ ਕਰਦੇ ਆ ਜੀ ਜੀ। ਇਹ ਕੰਮ ਉੱਥੇ ਹੋਣਾ ਨਹੀਂ ਚਾਹੀਦਾ ਹਾਂਜੀ ਜੋ ਹੋ ਰਿਹਾ ਆ, ਕਿਉਂਕਿ 75 ਸਾਲ ਹੋ ਗਿਆ ਵਿਧਾਨ ਦੇ ਵਿੱਚ ਸਾਰਿਆਂ ਨੂੰ ਪੂਰੀ ਆਜ਼ਾਦੀ ਮਿਲੀ ਹੋਈ ਆ। ਬਿਲਕੁਲ ਬਿਲਕੁਲ। ਜਿਹੜੀ ਬਾਬਾ ਸਾਹਿਬ ਅੰਬੇਡਕਰ ਜੀ ਨੇ 26 ਜਨਵਰੀ ਬੜੀ ਧੂਮਧਾਮ ਦੇ ਨਾਲ ਮਨਾਉਂਦੇ ਆ। 26 ਜਨਵਰੀ 1950 ਨੂੰ ਵਿਧਾਨ ਲਾਗੂ ਹੋਇਆ ਜੀ। ਹਾਂਜੀ, ਤੇ ਮੈਂ ਬਸ ਇੰਨਾ ਹੀ ਕਹਿੰਦੀ ਆ ਕਿ ਮੈਂ ਕਹਿੰਦੀ ਆ ਕਿ ਸਾਨੂੰ ਕਾਨੂੰਨ ਦੇ ਮੁਤਾਬਕ ਚੱਲਣਾ ਚਾਹੀਦਾ ਜੀ ਜੀ। ਜਿਹੜਾ ਇੰਨਾ ਜ਼ੁਲਮ ਹੁੰਦਾ ਆ ਗਰੀਬਾਂ ਤੇ ਉਹ ਹੋਣਾ ਨਹੀਂ ਚਾਹੀਦਾ। ਬਿਲਕੁਲ ਠੀਕ ਹੈ ਜੀ। ਹਾਂਜੀ ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਤੁਹਾਨੂੰ ਪਿਆਰੀ ਪਿਆਰੀ ਜੈ ਭੀਮ ਜੈ ਗੁਰੂ ਜੈ ਠੀਕ ਜੀ ਬਿੰਦਰ ਜੀ, ਜੈ ਭੀਮ। ਬਹੁਤ ਚੰਗੀਆਂ ਗੱਲਾਂ ਕੀਤੀਆਂ ਜੀ। ਔਰ ਗੱਲਬਾਤ ਉਹਦਾ ਹਜੇ ਦੁੱਖ ਦਾ ਤੇ ਚੱਲੀ ਜਾਂਦਾ ਬੱਚੇ ਦਾ, ਜਿੱਦਾਂ ਹੁਣ ਗੱਲਬਾਤ ਚੱਲਦੀ ਰਹਿੰਦੀ ਆ। ਉਹ ਤਾਂ ਗੱਲਬਾਤ ਇਦਾਂ ਵੀ ਉੱਥੇ ਦੀਆਂ ਗੱਲਾਂ ਹੋ ਰਿਹਾ, ਉੱਥੇ ਹੈ ਬਈ ਉਹਦਾ ਦੇਖੋ ਉੱਥੇ ਕਿਸੇ ਕੋਲੋਂ ਨਹੀਂ ਸੁਣਿਆ ਵੀ ਕੌਣ ਕੀ, ਜਿੱਦਾਂ ਬੱਚੇ ਦੀ ਕੋਈ ਕਿਸੇ ਨੇ ਮਨਾਇਆ ਹੀ ਨਹੀਂ ਵੀ ਇੰਨਾ ਦੁੱਖ ਉਹਨੂੰ ਦਿੱਤਾ ਬੱਚੇ ਨੂੰ, ਵੀ ਜਾਣੀ ਕੋਈ ਬੋਲਦਾ ਸੁਣਿਆ ਹੀ ਨਹੀਂ ਹੈਗਾ, ਕਿਸੇ ਕੋਲੋਂ ਆਵਾਜ਼ ਆਈ ਨਹੀਂ। ਉੱਥੇ ਜਾਤ ਪਾਤ ਤੇ ਧਰਮਾਂ ਦੇ ਆਧਾਰ ਤੇ ਜੀ ਬੰਦੇ ਨੂੰ ਦੇਖਿਆ ਜਾਂਦਾ। ਤੇ ਜੇ ਤੁਹਾਡਾ ਉਸ ਹਿਸਾਬ ਨਾਲ ਤੁਸੀਂ ਹੈਗੇ ਤਾਂ ਤੁਹਾਡੇ ਨਾਲ ਵੱਖਰਾ ਸਲੂਕ ਹੁੰਦਾ ਜੀ, ਤੇ ਜੇ ਦੂਸਰਾ ਬੰਦਾ ਉਹਦੇ ਨਾਲ ਵੱਖਰਾ ਸਲੂਕ ਹੁੰਦਾ। ਦੇਖੋ ਤੁਸੀਂ ਜਿੱਦਾਂ ਉਹਨੂੰ ਬੱਚੇ ਨੂੰ ਕੁੱਟਿਆ, ਔਰ ਇਹ ਉੱਥੇ ਹੀ ਨਹੀਂ ਹੈਗਾ ਵੀ ਉਸ ਜਾਤਾਂ ਦੇ ਉਹਨਾਂ ਦੇ ਵਿੱਚ ਸਾਰੇ ਹੀ ਆ, ਸਾਰੇ ਹੀ ਆਪਣੇ ਏਰੀਏ ਵਿੱਚ ਵੀ ਆਪਣੇ ਵੀ ਤੇਰੇ ਕੋਲ ਚੱਲਦਾ ਹੋ ਜਾਂਦੇ ਉੱਥੇ ਜੀ ਜੀ। ਮੈਂ ਤਾਂ ਕਹਿੰਦੀ ਆ ਜੇ ਕੋਈ ਦਿਹਾੜੀ ਮੰਗਦੇ ਤਾਂ ਉਹਨਾਂ ਦਾ ਕੀ ਹਾਲ ਕਰ ਦਿੰਦੇ ਆ। ਨਹੀਂ ਜੇ ਬੱਚੇ ਨੂੰ ਇੰਨਾ ਉਹਨਾਂ ਨੇ ਕੁੱਟਿਆ ਪਾਣੀ ਪੀਣ ਤੇ ਵੀ ਉਹਨੂੰ ਸਿੱਖਿਆ ਵੀ ਕੀ ਦਿੰਦਾ ਹੋਗਾ, ਉਹਨਾਂ ਦੇ ਮਨ 'ਚ ਤਾਂ ਪਹਿਲਾਂ ਹੀ ਖੋਟਿਆ ਸਿੱਖਿਆ ਕੋਈ ਦੇ ਹੀ ਨਹੀਂ ਸਕਦੇ ਚੱਜ ਦੀ ਉਹਨੂੰ ਬੱਚੇ ਨੂੰ। ਉਹ ਪਿੱਛੇ ਰੱਖਣ ਦੀਆਂ ਗੱਲਾਂ। ਉਸ ਬੱਚੇ ਦੀਆਂ 2 ਵੀਡੀਓ ਦੇਖੀਆਂ ਹੈਗੀਆਂ। ਹਾਂਜੀ, ਇੱਕ ਵੀਡੀਓ ਦੇਖੀ ਮੈਂ ਉਸੇ ਕਿਸੇ ਪ੍ਰੋਗਰਾਮ ਦੇ ਵਿੱਚ, ਉਹ ਉਸੇ ਕਲਾਸ ਦੇ ਵਿੱਚ ਉਹ ਡਾਂਸ ਕਰਦਾ ਆ। ਹਾਂਜੀ, ਇੰਨਾ ਸੋਹਣਾ ਡਾਂਸ ਕਰਦਾ ਮੁੰਡਾ। ਔਰ ਇਦਾਂ ਦੇ ਜਿਹੜੇ ਬੱਚੇ ਹੁੰਦੇ, ਜਿਹੜੇ ਛੋਟੇ ਬੱਚੇ ਹੀ ਪਹਿਲਾਂ ਜਿਹੜੇ ਬਾਲ ਸਭਾ ਹੁੰਦੀ ਆ, ਉਹਦੇ ਵਿੱਚ ਜਿਹੜੇ ਛੋਟੇ ਬੱਚੇ 4-4 5-5 ਸਾਲਾਂ ਦੇ ਨੱਚਦੇ ਗਾਉਂਦੇ ਆ, ਜਾਂ ਉਹ ਮੋਰ ਨੂੰ ਆਉਂਦੇ ਆ, ਜਾਂ ਉਹ ਕਈ 4-5 ਸਾਲਾਂ ਦੇ ਬੱਚੇ ਮਨੀਟਰ ਹੁੰਦੇ ਆ ਜੀ। ਉਹ ਬੱਚੇ ਜਿਹੜੇ ਉਹਨਾਂ ਨੇ ਵੱਡੇ ਹੋ ਕੇ ਕੁਝ ਬਣਨਾ ਹੁੰਦਾ, ਕੁਝ ਕਰਨਾ ਹੁੰਦਾ। ਜਿਵੇਂ ਮੈਜੋਰਟੀ ਜਿਹੜੇ ਬੱਚੇ ਹੁੰਦੇ ਆ ਉਹ ਚੁੱਪ ਕਰਕੇ ਬੈਠੇ ਰਹਿੰਦੇ ਹੁੰਦੇ, ਸਾਡੇ ਵਰਗੇ ਪਿੱਛੇ ਰਹਿੰਦੇ ਆ। ਤੇ ਜਿਹੜੇ ਕੋਈ 1-2 ਬੱਚੇ ਨਿਕਲ ਕੇ ਆਉਂਦੇ, ਉਹਨਾਂ ਦੀ ਜਿਹੜੀ ਗੱਲਬਾਤ ਕਰਨ, ਉਹਨਾਂ ਬੈਠਣ ਦਾ ਉਹਨਾਂ ਜਿਹੜਾ ਕੌਨਫੀਡੈਂਸ ਲੈਵਲ ਬਹੁਤ ਹਾਈ ਹੁੰਦਾ ਜੀ ਜੀ। ਕਿਉਂਕਿ ਉਹ ਸਾਰੀ ਕਲਾਸ ਵਿੱਚ ਇੱਕ ਬੰਦੇ ਨੇ, ਇੱਕ ਬੱਚੇ ਨੇ ਨੱਚ ਲੈਣਾ ਹੁੰਦਾ, ਗਾ ਲੈਣਾ ਹੁੰਦਾ। ਸਾਨੂੰ ਪਤਾ ਵੀ ਜਿਹੜੇ ਸਾਡੇ ਨਾਲ ਵੀ ਪੜ੍ਹਦੇ ਸੀ। ਹਾਂਜੀ ਹਾਂਜੀ। ਤੇ ਉਹ ਬੱਚੇ ਜਿਹੜੇ ਅੱਗੇ ਜਾ ਕੇ ਨਾ, ਉਹਨਾਂ ਨੇ ਕੁਛ ਨਾ ਕੁਛ ਜ਼ਰੂਰ ਕਰਨਾ ਹੁੰਦਾ, ਕੁਛ ਬਣਨਾ, ਕਿਉਂਕਿ ਉਹਨਾਂ ਦਾ ਆਲਰੇਡੀ ਜਿਹੜਾ ਕੌਨਫੀਡੈਂਸ ਬਹੁਤ ਹੁੰਦਾ, ਛੋਟੇ ਹੁੰਦਿਆਂ ਤੋਂ ਬਹੁਤ ਹੁੰਦਾ, ਔਰ ਵੱਡੇ ਹੋ ਕੇ ਤਾਂ ਉਹ ਫਿਰ ਹੋਰ ਅੱਗੇ ਚਲੇ ਜਾਂਦੇ ਹੈਗੇ ਆ। ਤੇ ਇਹਨਾਂ ਦੇ ਉੱਤੇ ਬਹੁਤ ਸਾਰੇ ਲੋਕਾਂ ਦੀ ਅੱਖ ਵੀ ਹੁੰਦੀ ਹੈ ਵੀ ਇਹਨਾਂ ਨੂੰ ਅੱਗੇ ਜਾਤ ਪਾਤ ਦੇ ਹਿਸਾਬ ਨਾਲ, ਧਰਮ ਦੇ ਹਿਸਾਬ ਨਾਲ ਵੀ ਇਹਨਾਂ ਨੂੰ ਅੱਗੇ ਨਾ ਵਧਣ ਦਿੱਤਾ ਜਾਵੇ। ਇਹ ਬਹੁਤ ਜ਼ਹਿਰਾਂ ਹੁੰਦੀਆਂ ਮਨਾਂ ਦੇ ਅੰਦਰ। ਔਰ ਕਈ ਟੀਚਰ ਤਾਂ ਤੁਹਾਨੂੰ ਐਵੇਂ ਘਟਾਪਾ ਕਰਦੇ ਰਹਿੰਦੇ, ਗੱਲ ਨਾ ਕੋਈ ਬਾਤ ਨਾ। ਸਾਨੂੰ ਪਤਾ ਵੀ ਸਾਨੂੰ ਵੀ ਕੁੱਟਦੇ ਰਹਿੰਦੇ ਸੀਗੇ, ਗੱਲ ਕੋਈ ਨਹੀਂ ਸੀ, ਐਵੇਂ ਕੁੱਟੀ ਜਾਣਾ, ਉੱਤੇ ਮਾਰੀ ਜਾਣਾ ਜਿੱਦਾਂ। ਹਾਂਜੀ ਹਾਂਜੀ, ਅਗਲੇ ਤੰਗ ਜਿਹਾ ਰੱਖਣਾ ਵੀ ਕੁਛ ਕੇ ਨਾ। ਜਾਤ ਪਾਤ ਦਾ ਫਰਕ ਹੁੰਦਾ ਸੀ, ਧਰਮਾਂ ਦਾ ਫਰਕ ਹੁੰਦਾ ਸੀ। ਉਹ ਜਿਹੜੀ ਜ਼ਹਿਰ ਆ ਨਾ, ਜਿਹੜੀ ਗੰਦਗੀ ਆ ਦਿਮਾਗ ਦੇ ਅੰਦਰ, ਉਹ ਉਹਨਾਂ ਦੇ ਫਿੱਟ ਹੋਈ ਹੁੰਦੀ ਪੂਰੀ ਤਰ੍ਹਾਂ ਵੀ ਅਸੀਂ ਇਸ ਬੱਚੇ ਨੂੰ ਅੱਗੇ ਨੂੰ ਕਰਨਾ ਨਹੀਂ ਹੈ, ਪਿੱਛੇ ਰੱਖਣਾ ਹੈ, ਧੱਕਣਾ ਪਿੱਛੇ ਨੂੰ। ਤੇ ਉਹ ਜ਼ਹਿਰ ਉਹਦੇ ਮਨ ਵਿੱਚ ਇਦਾਂ ਦੀ ਸੀਗੀ, ਉਹਨੂੰ ਬੱਚੇ ਨੂੰ ਜਾਣੀ ਉਹ ਖਤਮ ਕਰਕੇ ਹਟਿਆ ਉਹ। ਤੇ ਲਾਹਨਤ ਵੀ ਹੈ ਇਸ ਗੱਲ ਦੀ ਉਸ ਬੰਦੇ ਦੇ ਉੱਤੇ, ਔਰ ਸਾਡੇ ਸਿਸਟਮ ਦੇ ਉੱਤੇ ਵੀ ਗੱਲ ਜਾਂਦੀ ਹੈ ਵੀ ਜੇ ਉਹਨੂੰ ਇਹ ਕਿਸੇ ਨੂੰ ਦੱਸਣ ਤੋਂ ਪਹਿਲਾਂ ਹੀ ਇਹ ਸਾਂਭ ਲੈਣਾ ਚਾਹੀਦਾ ਸੀ ਵੀ ਉਹ ਇਦਾਂ ਦਾ ਕਰਦੇ, ਉਹਦੀ ਜਿਹੜੀ ਸਜ਼ਾ ਹੈਗੀ ਜੋ ਉਹ ਨਹੀਂ ਕਰਨਾ ਉਹ ਕਰਦੇ ਉਹ ਕਿਸੇ ਨੂੰ, ਮਤਲਬ ਉਹਦੇ ਵਿੱਚ ਤਾਂ ਮੁਜ਼ਾਹਰਿਆਂ ਦੀ ਬਿਨਾਂ ਲੋੜ ਪੈਂਦੀ ਹੈਗੀ ਜੀ ਜੀ। ਸੋ ਪਤਾ ਨਹੀਂ ਕਿਉਂਕਿ ਫਿਰ ਗਰੀਬ ਬੰਦੇ ਦੇ ਨਾਲ ਕੋਈ ਖੜਦਾ ਨਹੀਂ, ਫਿਰ ਹੋਰ ਆਲੇ ਦੁਆਲੇ ਹੋਰ ਆਰਗੇਨਾਈਜੇਸ਼ਨ ਵਗੈਰਾ ਇਕੱਠੀਆਂ ਹੁੰਦੀਆਂ, ਉਹ ਉੱਠ ਕੇ ਫਿਰ ਆਵਾਜ਼ ਚੁੱਕਦੀਆਂ ਤਾਂ ਕੋਈ ਥੋੜਾ ਬਹੁਤਾ ਉਹਦੇ ਤੇ ਗੱਲ ਚੱਲਣ ਲੱਗਦੀ ਆ। ਤੇ ਗਰੀਬ ਦੀ ਕੌਣ ਸੁਣਦਾ, ਉਹ ਤਾਂ ਵਿਚਾਰੇ ਉਹਨੂੰ ਜੇ ਕੋਈ ਉੱਥੇ ਮੁਜ਼ਾਹਰਾ ਵੀ ਕਰਨ ਲੱਗਦਾ ਤਾਂ ਉਹਦਾ ਹਾਲ ਬੁਰਾ ਕਰ ਦਿੰਦੇ ਆ, ਪਿੰਡ ਦੇ ਹੀ ਕਰ ਦਿੰਦੇ ਬੁਰਾ ਹਾਲ ਜੀ ਜੀ। ਬਾਈਕਾਟ ਕਰਨ ਲੱਗ ਪੈਂਦੇ ਆ ਵੀ ਇਹਨਾਂ ਗੱਲ ਨਹੀਂ ਕਰਨੀ, ਇਹਦਾ ਮੂੰਹ ਨਹੀਂ ਦੇਖਣਾ, ਇਹਨਾਂ ਦੇ ਘਰਦਿਆਂ ਦਾ ਸਾਰਿਆਂ ਦੇ ਕਰ ਦਿੰਦੇ ਆ, ਹੁੱਕਾ ਪਾਣੀ ਬੰਦ, ਇਦਾਂ ਦੀਆਂ ਗੱਲਾਂ ਚੱਲ ਪੈਂਦੀਆਂ ਵੀ ਜੇ ਤੁਸੀਂ ਤੇ ਜੇ ਤੁਸੀਂ ਕੁਛ ਕੀਤਾ ਸਾਡੇ ਉੱਤੇ ਤਾਂ ਤੁਹਾਡਾ ਆਹ ਹਾਲ ਕਰ ਦੇਣਾ, ਇਦਾਂ ਦੀਆਂ ਗੱਲਾਂ ਉੱਥੇ ਚੱਲਦੀਆਂ। ਇੰਨਾ ਜਾਣੀ ਸਿਸਟਮ ਦਾ ਸੁਣ ਕੇ ਜਾਣੀ ਰੂਹ ਕੰਬਦੀ ਉਹ ਗੱਲਾਂ ਜਿਹੜੀਆਂ ਹੈਗੀਆਂ ਜੀ ਜੀ। ਔਰ ਜਦੋਂ ਇੱਥੇ ਦੇ ਗੋਰਿਆਂ ਨਾਲ ਜਾਂ ਇਦਾਂ ਦੇ ਲੋਕਾਂ ਨਾਲ ਗੱਲਾਂ ਕਰਦੇ ਤਾਂ ਉਹ ਲਾਹਨਤ ਪਾਉਂਦੇ ਇਦਾਂ ਸਿਸਟਮ ਦੇ ਉੱਤੇ। ਹਾਂਜੀ ਹਾਂਜੀ, ਨਹੀਂ ਇਦਾਂ ਦੀਆਂ ਗੱਲਾਂ ਜਿੱਦਾਂ ਹੁਣ। ਅੱਛਾ, ਹੋਰ 1-2 ਗੱਲਾਂ ਕਰ ਲਈਏ। ਹਾਂਜੀ ਕਰ ਲਓ। ਮਹਿੰਗਾਈ ਦੋਸਤੋ ਕਾਫੀ ਤੇਜ਼ ਹੋ ਗਈ ਆ, ਔਰ ਇੱਥੇ ਇਹ ਪਤਾ ਲੱਗਾ ਵੀ ਬਹੁਤ ਸਾਰੇ ਸਕੂਲਾਂ ਦੇ ਕੋਲ, ਬੱਚਿਆਂ ਦੇ ਕੋਲ ਆਪਣੇ ਕੱਪੜੇ ਲੈਣ ਲਈ ਵੀ ਪੈਸੇ ਨਹੀਂ ਬਹੁਤੇ ਹੈ। ਹਾਂਜੀ,
ਤੇ ਉਹ ਕਹਿੰਦੇ ਵੀ ਇੱਥੇ ਚੈਰਿਟੀਆਂ ਹੈਗੀਆਂ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਕਿ ਬੱਚਿਆਂ ਨੂੰ ਸਕੂਲ ਦੇ ਲਈ ਜਿਹੜੇ ਕੱਪੜੇ ਦੇਣੇ ਸ਼ੁਰੂ ਇਹਨਾਂ ਨੇ ਕੀਤੇ ਹੈਗੇ ਆ। ਤੁਸੀਂ ਇਹ ਹਾਲਤ ਦੇਖ ਸਕਦੇ ਆ ਜਿੱਥੇ ਕੱਪੜੇ ਤੁਸੀਂ ਆਪ ਨਹੀਂ ਦੇ ਸਕਦੇ ਔਰ ਤੁਹਾਡੇ ਲਈ ਚੈਰਿਟੀਆਂ ਅਰੇਂਜਮੈਂਟ ਕਰਦੀਆਂ ਇੰਡੀਆ ਵਾਂਗੂ ਹੋ ਗਿਆ ਜਿੱਦਾਂ। ਹਾਂਜੀ, ਜਿੱਦਾਂ ਇੱਥੇ ਖਾਣਾ ਬੈਂਕਾਂ ਤੋਂ ਮਿਲਦਾ ਹੈਗਾ, ਬੈਂਕ ਫੂਡ ਤੋਂ ਮਿਲਦਾ ਹੈਗਾ, ਇਦਾਂ ਇੱਥੇ ਤਕੜੇ ਮਾੜੇ ਦਾ ਵੀ ਹੋ ਜਾਣਾ ਜਿੱਦਾਂ ਹੁਣ ਇਦਾਂ ਚੱਲ ਪਈ ਆ ਗੱਲ। ਸੁਣਦਾ ਸੀ ਗੱਲ ਵੀ 315 ਪਾਉਂਡ ਲੱਗਦੇ ਆ, 315-20 ਪਾਉਂਡ ਲੱਗਦੇ ਆ ਇੱਕ ਬੱਚੇ ਦੇ ਯੂਨੀਫਾਰਮ ਦੇ ਉੱਤੇ, ਜਿਹਦੇ ਵਿੱਚ ਉਹਦੇ ਕੱਪੜੇ ਹੁੰਦੇ ਆ, ਉਹਦੇ ਕੋਟ ਪੈਂਟ ਹੁੰਦਾ, ਉਹਦਾ ਸ਼ੂ ਹੁੰਦੇ ਆ, ਉਹਦੀ ਪਿਕ ਪੌਕਟ ਜਿਹੜਾ ਪਿੱਛੇ ਬੈਗ ਜਿਹਾ ਲਾਉਣਾ ਹੁੰਦਾ, ਇਦਾਂ ਦੀਆਂ ਚੀਜ਼ਾਂ ਕਈ ਪੀ ਕਿੱਟ ਹੁੰਦੀ ਆ ਤੇ ਇਦਾਂ ਦਾ ਸਮਾਨ ਇਕੱਠਾ ਕਰਕੇ ਜਾਣੀ 300 ਦੇ ਨੇੜੇ ਤੇੜੇ ਇੱਕ ਬੱਚਾ ਪੈਂਦਾ ਹੈਗਾ। ਤੇ ਉਹਨਾਂ ਨੇ ਬਹੁਤ ਸਾਰਾ ਇਹ ਬੱਚਿਆਂ ਦੇ ਲਈ ਇੰਤਜ਼ਾਮ ਕੀਤਾ ਚੈਰਿਟੀ ਨੇ ਔਰ ਇਹ ਤੋਂ ਪਤਾ ਲੱਗਦਾ ਵੀ ਸਾਡੀ ਜਿਹੜੀ ਹਾਲਤ ਹੈ, ਜਿਹੜੀ ਆਰਥਿਕ ਹਾਲਤ ਹੈ ਸਾਡੀ, ਪੈਸੇ ਧੇਲੇ ਦੇ ਬਾਰੇ ਹਾਲਤ ਜਿਹੜੀ ਆ ਉਹ ਕਾਫੀ ਡਾਵਾਡੋਲ ਹੋ ਗਈ ਹੈਗੀ ਆ, ਵਿਗੜੀ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਵਿਗੜਨ ਦੀ ਹਾਲੇ ਹੈਗੀਆਂ ਗੱਲਾਂ। ਮਹਿੰਗਾਈ ਹੋਰ ਹੋਊਗੀ ਕਿਉਂਕਿ ਬੈਂਕ ਇੰਟਰਸਟ ਵੀ ਉੱਤੇ ਨੂੰ ਚਲੇ ਗਏ ਹੈਗੇ ਆ ਔਰ ਮੌਰਗੇਜਾਂ ਦੇ ਉੱਤੇ ਵੀ ਕਾਫੀ ਅਸਰ ਪਊਗਾ, ਜਿਨ੍ਹਾਂ ਨੇ ਪਹਿਲਾਂ ਹੀ ਲਏ ਉਹ ਘਰ ਉਹਨਾਂ ਉੱਤੇ ਵੀ ਕਾਫੀ ਇਹਦਾ ਅਸਰ ਹੋਊਗਾ। ਤੇ ਕਿਉਂਕਿ ਖਾਣਾ ਦਾਣਾ ਸਭ ਕੁਝ ਮਹਿੰਗਾ ਹੋ ਗਿਆ, ਪੈਟਰੋਲ ਵਗੈਰਾ ਸਭ ਕੁਝ ਮਹਿੰਗਾ। ਤੇ ਅੱਗੇ ਦੇਖੋ ਆਪਣੀਆਂ ਗੱਲਾਂ ਹੋਰ ਵੀ ਸੀਗੀਆਂ ਉਹ ਰਹਿ ਗਈਆਂ ਤੇ ਕੁਝ ਮੌਸਮ ਸਾਡਾ ਇਦਾਂ ਦਾ ਹੁੰਦਾ ਜਿਹੜਾ ਪ੍ਰੋਗਰਾਮ ਦਾ ਪਲੇਟਫਾਰਮ ਦੇ ਵਿੱਚ ਅਸੀਂ ਹਾਂਜੀ। ਸੋ ਜਿਨ੍ਹਾਂ ਨੇ ਵੀ ਕਾਲਾਂ ਕੀਤੀਆਂ ਔਰ ਜਿਨ੍ਹਾਂ ਨੇ ਵੀ ਡੂੰਘੀ ਗੱਲਬਾਤ ਕੀਤੀ ਆ ਔਰ ਜਿਨ੍ਹਾਂ ਨੇ ਗਾਣੇ ਗਾਏ, ਸਾਰਿਆਂ ਦਾ ਧੰਨਵਾਦ ਤੁਹਾਡਾ। ਔਰ ਕਿਸੇ ਦਿਨ ਇੱਕ ਹੋਰ ਵੱਖਰੇ ਤਰ੍ਹਾਂ ਦੀ ਗੱਲਬਾਤ ਵੀ ਕਰਕੇ ਦੇਖਾਂਗੇ ਤੁਹਾਡੇ ਨਾਲ, ਜਿਹਦੇ ਉੱਤੇ ਤੁਹਾਡੇ ਵਿਚਾਰ ਲੈ ਜਾਣਗੇ। ਸੋ ਉਮੀਦ ਕਰਦੇ ਹਾਂ ਕਿ ਸਾਡੀ ਗੱਲਬਾਤ ਤੁਹਾਡੇ ਨਾਲ ਜਿੰਨੀ ਵੀ ਹੋਈ ਹੈਗੀ ਆ, ਇਹਦੇ ਉੱਤੇ ਜੋ ਵੀ ਤੁਸੀਂ ਗੱਲਬਾਤ ਕੀਤੀ ਅਸੀਂ ਕੀਤੀ ਆ, ਕੋਈ ਬਹੁਤਾ ਅਸੀਂ ਕਿਸੇ ਦਾ ਮਨ ਨੂੰ ਠੇਸ ਨਹੀਂ ਪਹੁੰਚਾਈ, ਪਰ ਅਸੀਂ ਜ਼ਰੂਰ ਇਸ ਗੱਲ ਦੇ ਵਿੱਚੋਂ ਕੁਛ ਨਾ ਕੁਛ ਕੱਢਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਸੋ ਉਮੀਦ ਕਰਦੇ ਹਾਂ ਕਿ ਤੁਹਾਡੇ ਨਾਲ ਗੱਲਬਾਤ ਅੱਗੇ ਵੀ ਹੁੰਦੀ ਰਹੇ। ਜੀ ਬਾਕੀ ਅਸੀਂ ਸਾਰਿਆਂ ਨੂੰ ਥੈਂਕ ਯੂ ਕਰਦੇ ਤੇ ਬਾਕੀ ਅਸੀਂ ਨੈਕਸਟ ਵੀਕ ਹੋਰ ਕੋਈ ਪ੍ਰੋਗਰਾਮ ਲੈ ਕੇ ਇੱਦਾਂ ਹੀ ਲੈ ਕੇ ਆਵਾਂਗੇ, ਤਾਂ ਤੁਸੀਂ ਵੀ ਆਪਣਾ ਪ੍ਰੋਗਰਾਮ ਬੋਲੀਆਂ ਘੋੜੀਆਂ ਸੁਹਾਗ ਰੈਡੀ ਰੱਖਿਆ ਕਰੋ ਤੇ ਆਪਾਂ ਫਿਰ ਨੈਕਸਟ ਵੀਕ ਮਿਲਾਂਗੇ, ਕੋਈ ਹੱਸਦੇ ਖੇਡਦੇ ਇੱਦਾਂ ਹੀ ਰਵਾਂਗੇ। ਤੇ ਸਾਡੇ ਵੱਲੋਂ ਬਹੁਤ ਪਿਆਰ ਦੇ ਨਾਲ ਜੈ ਗੁਰਦੇਵ ਤੇ ਤੁਸੀਂ ਬੁਲਾ ਜੈ ਗੁਰੂ ਜੀ।